ਅੱਜ ਆਪਾਂ ਸਾਰੰਗ ਰਾਗ ਦੇ ਵਿੱਚ 1253 ਅੰਗ ਦੇ ਉੱਤੇ ਜਿਹੜਾ ਹੈਗਾ ਇੱਕ ਸ਼ਬਦ ਪਰਮਾਨੰਦ ਜੀ ਦਾ ਹੈਗਾ। ਇਹ ਰਾਮਾਨੰਦ ਜੀ ਦੇ ਸਮਕਾਲੀ ਹੋਏ ਆ ਪਰਮਾਨੰਦ। ਇਹ ਗੁਰ ਭਾਈ ਸੀਗੇ, ਇੱਕੋ ਹੀ ਜਿਹੜੇ ਗੁਰੂ ਦੇ ਚੇਲੇ ਸੀਗੇ ਦੋਨੋਂ। ਉਹਨਾਂ ਦਾ ਸ਼ਬਦ ਹੈਗਾ, ਇਹ ਪਰਮਾਨੰਦ ਜੀ ਦਾ ਹੈ। ਇਹਦੇ ਵਿੱਚ ਜਿਹੜੇ ਹੈਗੇ ਪਰਮਾਨੰਦ ਜੀ ਜਿਹੜੇ ਹੈਗੇ ਆ ਉਹ ਗਿਆਨ ਦਿੰਦੇ, ਆਪਾਂ ਨੂੰ ਕੁਐਸਚਨ ਕਰਦੇ ਆ। ਸਾਰੰਗ ਅੰਕ ਨੰਬਰ 1253। ਸਾਰੰਗ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੈਨ ਅਰ ਕਿਆ ਪੁਰਾਣ ਸੁਨੇ ਕੀਨਾ, ਅੰਨ ਭਾਵਨੀ ਭਗਤ ਨਹੀਂ ਉਪਜੀ, ਭੁਖੈ ਦਾਨ ਨਾ ਦੀਨਾ ਰਹਾਓ। ਕਹਿੰਦੇ ਤੂੰ ਦੱਸ ਬਈ ਪਿਆਰਿਆ, ਹੈ ਇਨਸਾਨ, ਆਪਾਂ ਹੁਣ ਆਪਣੇ ਕੁਐਸਚਨ ਕਰੀਏ ਵੀ ਆਪਾਂ ਜਿਹੜਾ ਹੁਣ ਜਿਹੜਾ ਹੈਗਾ ਆਪਾਂ ਕੀ ਕਰ ਰਹੇ ਹਾਂ। ਇਹ ਆਪਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਆਪਣਾ ਪੁਰਾਣ ਤਾਂ ਆਇਆ, ਇਹ ਸ਼ਬਦ ਸੁਣ ਰਹੇ ਹਾਂ ਅਤੇ ਇਹ ਸ਼ਬਦ ਸੁਣ ਕੇ ਜਿਹੜੇ ਹੈਗੇ ਆ ਅਤੇ ਆਪਾਂ ਕਰਨਾ ਕੀ ਹੈ। ਇਹਦਾ ਸ਼ਬਦ ਸੁਣ ਲਿਆ ਅਤੇ ਮਤਲਬ ਪਾਠ ਕਰ ਲਿਆ, ਸੁਣ ਲਿਆ, ਕਥਾ ਸੁਣ ਲਈ, ਗਿਆਨ ਲੈ ਲਿਆ ਅਤੇ ਬਸ ਹੋ ਗਈ ਗੱਲਬਾਤ। ਇਸੇ ਨੂੰ ਕਹਿੰਦੇ ਆਪਾਂ ਜਿਹੜੇ ਹੈਗੇ। ਕੱਲ੍ਹ ਮੇਰੇ ਕੋਲ ਇੱਕ ਆਏ ਸੀਗੀ ਫੈਮਿਲੀ, ਉਹ ਕਹਿੰਦੇ ਸੀ ਵੀ ਅਸੀਂ ਇੰਨੇ ਪਾਠ ਕਰਦੇ ਹਾਂ, ਇੰਨਾ ਆ ਕਰਦੇ ਹਾਂ, ਅਤੇ ਬਸ ਇਹ ਭਗਤੀ ਨਹੀਂ ਹੈਗੀ। ਹੁਣ ਦੱਸੋ ਜਿਹੜਾ ਹੈਗਾ, ਹੁਣ ਜੇ ਅੱਜ ਦੀ ਕਥਾ ਉਹ ਸੁਣਨ 'ਤੇ ਪਤਾ ਲੱਗੇ ਭਾਈ ਭਗਤੀ ਜਿਹੜੀ ਹੈ, ਉਹ ਤਾਂ ਕਹਿੰਦੇ ਆ ਵੀ ਇਹ ਪਾਠ ਕਰਕੇ ਕੀਤਾ ਕੀ ਹੈ, ਤੂੰ ਦੱਸ। ਵਾਹਿਗੁਰੂ ਜੀ, ਆਵਾਜ਼ ਠੀਕ ਨਹੀਂ ਆ ਰਹੀ ਵੀਰ ਜੀ। ਇੱਕ ਸੈਕਿੰਡ ਜੀ, ਇੱਕ ਸੈਕਿੰਡ। ਬਹੁਤ ਸਾਰੇ ਜਿਹੜੇ ਹੈਗੇ ਆਉਣ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਰਿਆਂ ਨੂੰ ਆਵਾਜ਼ ਠੀਕ ਨਹੀਂ ਆ ਰਹੀ ਜੀ? ਠੀਕ ਆ ਰਹੀ ਹੈ ਜੀ, ਬਹੁਤ ਵਧੀਆ। ਅੱਛਾ ਨਿੱਜਰ ਸਾਹਿਬ ਹੈ ਥੋੜੀ ਜਿਹੀ ਗੜਬੜ ਹੈਗੀ ਜੀ, ਇੱਕ ਵਾਰੀ ਲੌਗ ਆਊਟ ਕਰ ਲਓ ਜੇ ਹੋਰ ਪੋਸੀਬਲ ਹੈ ਤੇ। ਸ਼ੋਰ ਜੀ, ਪੋਸੀਬਲ ਤਾਂ ਬਿਲਕੁਲ ਸਭ ਕੁਛ ਹੈਗਾ ਪੋਸੀਬਲ। ਇੱਕ ਸੈਕਿੰਡ। ਇਹ ਰਾਮਾਨੰਦ ਜੀ ਜਿਹੜੇ ਹੈਗੇ ਨਾ, ਪਰਮਾਨੰਦ ਜੀ ਜਿਹੜੇ ਹੈਗੇ ਆ, ਕਬੀਰ ਸਾਹਿਬ ਆਪਣੇ ਉਹਨਾਂ ਦੇ ਰਾਮਾਨੰਦ ਜੀ ਸਮਕਾਲੀ ਗੁਰ ਭਾਈ, ਉਹਨਾਂ ਦਾ ਸ਼ਬਦ ਹੈਗਾ ਸਾਰੰਗ ਰਾਗ ਦੇ ਵਿੱਚ, ਭਗਤਾਂ ਦੀ ਬਾਣੀ ਦੇ ਵਿੱਚ। ਉਹ ਆਪਾਂ ਨੂੰ ਕੁਐਸਚਨ ਕਰ ਰਹੇ, ਭਾਈ ਤੈਨ ਅਰ ਕਿਆ ਪੁਰਾਣ ਸੁਣੇ ਕੀਨਾ, ਤੂੰ ਦੱਸ ਬਈ ਇਹ ਪੁਰਾਣ ਜਿਹੜਾ ਹੈ, ਗਿਆਨ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਜਿਹੜਾ ਹੈ, ਇੱਕ ਬਾਣੀ ਜਿਹੜੀ ਹੈਗੀ, ਪੜ੍ਹ ਕੇ, ਸੁਣ ਕੇ, ਗਾ ਕੇ, ਇਹਦਾ ਪਾਠ ਕਰਕੇ ਤੇ ਕੀਤਾ ਕੀ ਆ ਵੀ ਕਰਨਾ ਕੀ ਸੀ ਮਹਾਰਾਜ ਜੀ? ਅਸੀਂ ਤਾਂ ਸਮਝਦੇ ਸੀ ਇਹੀ ਭਗਤੀ ਹੈਗੀ ਆ। ਕਹਿੰਦੇ ਅੰਨ ਭਾਵਨੀ ਭਗਤ ਨਹੀਂ ਉਪਜੀ, ਭੁਖੇ ਦਾਨ ਨਾ ਦੀਨਾ ਰਹਾਓ। ਕਹਿੰਦੇ ਭਗਤੀ ਤਾਂ ਪੈਦਾ ਹੋਣੀ ਸੀ ਪਿਆਰਿਆ, ਇਹ ਪਾਠ ਦੇ ਨਾਲ ਤੇਰੇ ਅੰਦਰ ਭਗਤੀ ਪੈਦਾ ਹੋਣੀ ਸੀ। ਅੰਨ ਪਾਵਨੀ ਜਿਹੜੇ ਹੈਗੇ, ਕਹਿੰਦੇ ਤੈਨੂੰ ਜਿਹੜੀ ਹੈਗੀ ਉਹ ਭਗਤੀ ਜਿਹਨੇ ਤੈਨੂੰ ਜਿਹੜਾ ਹੈਗਾ ਤੈਨੂੰ ਅਬਨਾਸੀ ਕਰ ਦੇਣਾ ਹੈ, ਤੇਰਾ ਜਨਮ ਮਰਨ ਰਹਿਤ ਕਰ ਦੇਣਾ, ਤੈਨੂੰ ਇਹ ਸਰੀਰ ਦੀ ਪਕੜ 'ਚੋਂ ਆਜ਼ਾਦ ਕਰ ਦੇਣਾ ਸੀ। ਉਹ ਭਗਤੀ ਪੈਦਾ ਹੋਣੀ ਸੀ ਤੇਰੇ ਅੰਦਰ, ਇਹ ਗਿਆਨ ਨੂੰ ਸੁਣਨ ਦੇ ਨਾਲ। ਤੂੰ ਤਾਂ ਸੁਣਿਆ ਹੀ ਨਹੀਂ ਗਿਆਨ ਤਾਂ ਤੇਰੇ ਅੰਦਰ ਵਸਿਆ ਹੀ ਨਹੀਂ, ਤੇਰੇ ਮਨ ਨੂੰ ਟੁੰਬਿਆ ਹੀ ਨਹੀਂ। ਤੈਨ ਅਰ ਕਿਆ ਪੁਰਾਣ ਸੁਣੇ ਕੀਨਾ, ਅਰਥਾਤ ਤੂੰ ਗਿਆਨ ਲੈ ਕੇ ਕੁਛ ਵੀ ਨਹੀਂ ਕੀਤਾ। ਜਿਹੇ ਜਿਹਾ ਸੀਗਾ ਉਹੇ ਜਿਹਾ ਦਾ ਉਹੇ ਜਿਹਾ ਹੀ ਹੈਗਾ, ਬਜਰ ਬੱਟੂ ਜਿਹੇ ਜਿਹਾ ਸੀਗਾ ਪਹਿਲੋਂ ਉਹੇ ਜਿਹਾ ਹੁਣ ਹੈਗਾ। ਕੋਈ ਵੀ ਫਰਕ ਨਹੀਂ ਪਿਆ ਤੇਰੇ ਅੰਦਰ। ਤੈਨ ਅਰ ਕਿਆ ਪੁਰਾਣ ਸੁਣੇ ਕੀਨਾ,
ਅੰਨ ਭਾਵਨੀ ਭਗਤ ਨਹੀਂ ਉਪਜੀ। ਅੰਨ ਭਾਵਨੀ ਅਬਨਾਸੀ ਕਰਨ ਵਾਲੀ, ਮਾਲਕ ਪਰਮਾਤਮਾ ਦੇ ਵਰਗਾ ਤੈਨੂੰ ਬਣਾਉਣ ਵਾਲੀ, ਉਹ ਭਗਤੀ ਪੈਦਾ ਹੀ ਨਹੀਂ ਹੋਈ ਤੇਰੇ ਅੰਦਰ। ਭੁੱਖੇ ਦਾਨ ਨਾ ਕੀਨਾ, ਔਰ ਤੇਰਾ ਮਨ ਵੀ ਦ੍ਰਵਿਤ ਨਹੀਂ ਹੋਇਆ। ਤੂੰ ਹਾਲੇ ਵੀ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਓਨਾ ਹੀ ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਘੁੰਮ ਰਿਹਾ ਹੈ। ਹਾਲੇ ਵੀ ਜਿਹੜਾ ਹੈਗਾ ਉਹੀ ਦੁਨੀਆ ਦੇ ਜਿਹੜੇ ਹੈਗੇ, ਜਿਹੜੇ ਦੁਨੀਆ ਦੇ ਰਸ, ਦੁਨੀਆ ਦੇ ਪਦਾਰਥ, ਉਹੀ ਮੀਟ, ਮੱਛੀ, ਸ਼ਰਾਬ, ਆਂਡਾ, ਇਹ ਸਾਰੇ ਇਹਨਾਂ ਦੇ ਵਿੱਚ ਹੀ ਤੇਰਾ ਜੀਵਨ ਗੁਜ਼ਰ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਦੇ ਸਾਰੇ ਅਵਗੁਣ ਤੇਰੇ ਅੰਦਰ ਬੈਠੇ ਹੋਏ। ਤੈਨਰ ਕਿਆ ਪੁਰਾਣ ਸੁਣੇ ਕੀਨਾ, ਤੂੰ ਕੀਤਾ ਕੀ ਹੈ ਦੱਸ। ਇਹ ਪੁਰਾਣ ਸੁਣ ਕੇ ਤੈਨੂੰ ਪਾਠ ਯਾਦ ਵੀ ਹੋ ਗਿਆ, ਗਿਆਨ ਵੀ ਯਾਦ ਹੋ ਗਿਆ, ਗਿਆਨੀ ਹੋ ਗਿਆ, ਲੋਕਾਂ ਤੇ ਪ੍ਰਭਾਵ ਪਾਉਣ ਲੱਗ ਪਿਆ। ਤੇਰਾ ਆਪਣਾ ਜੀਵਨ ਤਾਂ ਬਿਲਕੁਲ ਥਰਡ ਕਲਾਸ ਹੈਗਾ। ਤੇਰੇ ਆਪਣੇ ਅੰਦਰ ਤਾਂ ਕੋਈ ਚੇਂਜ ਆਇਆ ਹੀ ਨਹੀਂ ਹੈਗਾ। ਤੈਨਰ ਕਿਆ ਪੁਰਾਣ ਸੁਣੇ ਕੀਨਾ, ਅੰਨ ਭਾਵਨੀ ਭਗਤ ਨਹੀਂ ਉਪਜੀ। ਭੁੱਖੇ ਦਾਨ ਨਾ ਦੀਨਾ ਰਹਾਓ। ਕਿਸੇ ਗਰੀਬ ਨੂੰ, ਕਿਸੇ ਭੁੱਖੇ ਨੂੰ ਜਿਹੜਾ ਹੈਗਾ ਤੂੰ ਦਾਨ ਦਿੱਤਾ ਹੀ ਨਹੀਂ। ਉਹਦੀ ਜ਼ਰੂਰਤ, ਵਿਚਾਰੇ ਦੀ, ਜ਼ਰੂਰਤਮੰਦ ਦੀ, ਕਿਸੇ ਦੀ ਜ਼ਰੂਰਤ ਤੂੰ ਜਿਹੜੀ ਹੈਗੀ ਪੂਰੀ ਕੀਤੀ ਨਹੀਂ। ਤੇਰੇ ਅੰਦਰ ਚਾਅ ਹੀ ਨਹੀਂ ਆਇਆ ਅਗਲੇ ਦੀ ਮਦਦ ਕਰਨ ਦਾ। ਰਹਾਓ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਕਹਿੰਦੇ ਕਾਮ ਵੀ ਨਹੀਂ ਗਿਆ ਤੇਰੇ ਕੋਲੋਂ, ਕ੍ਰੋਧ ਵੀ ਨਹੀਂ ਤੇਰਾ ਵਿਸਰਿਆ ਤੇਰੇ ਕੋਲੋਂ, ਔਰ ਲੋਭ ਵੀ ਨਹੀਂ ਛੁੱਟਿਆ ਤੇਰੇ ਕੋਲੋਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਹੇ ਮਾਲਕਾ, ਆਹ ਚੀਜ਼ਾਂ ਤਾਂ ਗਈਆਂ ਹੀ ਨਹੀਂ। ਪਰ ਨਿੰਦਾ ਮੁਕਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਪਰਾਈ ਨਿੰਦਾ ਜਿਹੜੀ ਹੈਗੀ ਉਹ ਵੀ ਤੇਰੀ ਉਸ ਤਰ੍ਹਾਂ ਹੀ ਬਰਕਰਾਰ ਆ। ਫਟਾਫਟ ਤਵੇ ਲਾਉਣਾ ਹੈ ਲੋਕਾਂ ਦੇ। ਨਿਫਲ ਭਈ ਸਭ ਸੇਵਾ, ਸਾਰੀ ਦੀ ਸਾਰੀ ਸੇਵਾ ਤੇਰੀ ਜਿਹੜੀ ਹੈ ਉਹ ਤਾਂ ਬੇਕਾਰ ਹੋ ਗਈ। ਕੁਛ ਵੀ ਤਾਂ ਤੇਰੇ ਅੰਦਰ ਚੇਂਜ ਆਇਆ ਹੀ ਨਹੀਂ। ਆਹੀ ਤਾਂ ਗੇਮ ਪਾਈ ਸੀ ਮਹਾਰਾਜ ਨੇ ਆਹ ਸਵਾਦਾਂ ਦੇ ਉੱਤੇ, ਜਿਹੜੇ ਕਬੀਰ ਜੀ ਕਹਿੰਦੇ ਆ, ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਜੇ ਹਾਲੇ ਵੀ ਇਨਸਾਨ ਜਿਹੜਾ ਹੈਗਾ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਰਸਕਸ ਜਿਹੜੇ ਹੈਗੇ ਆ, ਇਹਨਾਂ ਦੇ ਵਿੱਚ ਵਿਚਲਿਤ ਹੋ ਰਿਹਾ ਹੈ, ਇਹਨਾਂ ਦੇ ਨਾਲ 24 ਘੰਟੇ ਲੱਗਿਆ ਹੋਇਆ ਹੈ, ਉਹ ਕਾਹਦਾ ਭਗਤ ਆ? ਉਹ ਕਾਹਦਾ ਗਿਆਨੀ ਹੈਗਾ? ਕਹਿੰਦੇ ਇਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਤੇਰਾ ਜਿਹੜਾ ਹੈਗਾ ਜੀਵਨ ਤਾਂ ਉਸ ਤਰ੍ਹਾਂ ਦਾ ਹੀ ਹੈਗਾ ਤੇਰਾ। ਕਹਿੰਦੇ ਤੇਰੀ ਸੇਵਾ ਨਿਫਲ ਹੋ ਗਈ, ਕਿਉਂਕਿ ਮਾਲਕ ਨੇ ਜਿਹੜੀ ਗੇਮ ਪਾਈ ਹੋਈ ਆ, ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਇਹ ਸਵਾਦ ਤਾਂ ਸਨਾਹ ਹੈ। ਜੇ ਆਪਾਂ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਦੁਨੀਆ ਦੇ ਰਸਕਸ ਜਿਹੜੇ ਹੈਗੇ ਆਪਾਂ ਨੂੰ ਚੰਗੇ ਲੱਗਦੇ ਆ, ਜੇ ਇਹਨਾਂ ਦੇ ਵਿੱਚ ਹੀ ਜੀਵਨ ਹੈਗਾ ਤੇ ਆਪਾਂ ਤਾਂ ਬਿਲਕੁਲ ਜ਼ੀਰੋ ਲੈਵਲ ਤੇ ਖੜੇ ਆ, ਮਾਈਨਸ ਹੈਗੇ ਆ। ਮਾਲਕ ਨੇ ਤਾਂ ਉੱਥੇ ਸੱਚੋ ਸੱਚ ਨਿਭਣਾ, ਉੱਥੇ ਝੂਠ ਥੋੜੀ ਨਾ ਨਿਬੜੇਗਾ। ਉੱਥੇ ਆਪਣਾ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਥੋੜੀ ਨਾ ਦੁਨੀਆ ਨੂੰ ਆਪਾਂ ਪ੍ਰਭਾਵ ਪਾ ਲਈਏ, ਦੁਨੀਆ ਦੇ ਉੱਤੇ ਜਿਹੜੇ ਹੈਗੇ ਆਪਾਂ ਗਿਆਨੀ ਧਿਆਨੀ ਬਣ ਜਾਈਏ, ਔਰ ਆਪਣਾ ਜੀਵਨ ਜਿਹੜਾ ਹੈਗਾ ਥਰਡ ਕਲਾਸ ਰਹੇ ਆਪਣਾ ਬਿਲਕੁਲ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਕਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਕਹਿੰਦੇ ਤੇਰੀ ਸੇਵਾ ਤਾਂ ਨਿਫਲ ਹੋ ਗਈ। ਬਾਟ ਪਾਰ ਕਰ ਮੂਸ ਬਿਰਾਨੋ। ਕਹਿੰਦੇ ਤੂੰ ਤਾਂ ਆਪਣੇ ਜੀਵਨ ਸਫਰ ਦੇ ਉੱਤੇ ਦੂਜਿਆਂ ਨੂੰ ਲੁੱਟ ਰਿਹਾ ਆ। ਮੂਸਣਾ ਕਹਿੰਦੇ ਆ ਲੁੱਟਣਾ, ਦੂਜਿਆਂ ਦਾ ਘਰ, ਬਾਟ ਪਾਰ, ਬੱਟ ਦੇ ਉੱਤੇ, ਰਸਤੇ ਦੇ ਉੱਤੇ। ਬਿਗਾਨਾ, ਬਿਰਾਨੋ, ਬਾਟ ਪਾਰ ਘਰ ਮੂਸ ਬਿਰਾਨੋ। ਪੇਟ ਭਰੇ ਅਪਰਾਧੀ, ਇਸ ਤਰ੍ਹਾਂ ਦਾ ਤੂੰ ਆਪਣਾ ਪੇਟ ਭਰ ਰਿਹਾ ਹੈ ਆ ਅਪਰਾਧ ਕਰਕੇ। ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਤੇਰਾ ਤਾਂ ਇੱਥੇ ਪਰਲੋਕ ਦੇ ਵਿੱਚ ਜਾ ਕੇ ਤਾਂ ਤੇਰੀ ਜਿਹੜੀ ਹੈਗੀ ਅਪਕੀਰਤ ਹੋਣੀ ਹੈ ਪਿਆਰਿਆ। ਉੱਥੇ ਤੇਰੀ ਵੈਲਕਮ ਨਹੀਂ ਹੋਣੀ। ਉੱਥੇ ਤੂੰ ਤਾਂ ਧਰਮਰਾਜ ਨਹੀਂ ਡੱਕਰ ਦੇਣਾ ਹੈ। ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਤੂੰ ਤਾਂ ਉਹੀ ਅਵਿਦਿਆ ਸਾਦੀ, ਉਹੀ ਤੂੰ ਤਾਂ ਵਿਦਿਆ ਲਈ ਨਹੀਂ, ਅਵਿਦਿਆ ਹੀ ਲਈ ਹੈ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਦੱਸੋ ਹੁਣ ਜਿਹੜਾ ਹੈਗਾ ਇੱਥੇ ਹਿੰਸਾ ਜਿਹੜੀ ਹੈਗੀ ਤੇਰੇ ਮਨ ਤੋਂ ਗਈ ਨਹੀਂ। ਹਿੰਸਾ ਕਹਿੰਦੇ ਆ ਦੂਸਰੇ ਨੂੰ ਜਿਹੜਾ ਹੈਗਾ ਵੱਧ ਕਰ ਦੇਣਾ ਦੂਸਰੇ ਨੂੰ। ਔਰ ਆਪਾਂ ਜਿਹੜੇ ਕਹਿੰਦੇ ਮੀਟ ਖਾ ਰਹੇ ਹਾਂ ਅਸੀਂ ਜੀ, ਮੱਛੀ ਖਾ ਰਹੇ, ਮੀਟ ਖਾ ਰਹੇ ਹਾਂ, ਤੇ ਭਾਈ ਇਹ ਕੋਈ ਹਿੰਸਾ ਤੋਂ ਬਗੈਰ ਬਣ ਜਾਂਦੀ ਹੈ? ਦੂਸਰੇ ਦੀ ਜਾਨ ਲੈਣੀ ਜਿਹੜੀ ਹੈਗੀ, ਕਹਿੰਦੇ ਅਸੀਂ ਥੋੜੀ ਨਾ ਲਈ ਹੈ, ਦੂਜਿਆਂ ਨੇ ਫੜੀ ਹੈ, ਅਸੀਂ ਤਾਂ ਜਾ ਕੇ ਜਿਹੜੀ ਲੈ ਕੇ ਆਏ ਹਾਂ।
ਤੁਹਾਡੇ ਵਾਸਤੇ ਤਾਂ ਉਹਨੇ ਫੜੀ ਹੈ ਵਿਚਾਰੇ ਨੇ, ਉਹ ਤਾਂ ਕੀ ਪਤਾ ਆਪ ਖਾਂਦਾ ਹੀ ਨਾ ਹੋਏ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਕਹਿੰਦੇ ਦਇਆ ਤੇਰੇ ਅੰਦਰ ਆਈ ਹੀ ਨਹੀਂ, ਦਇਆ ਨਾਮ ਦੀ ਚੀਜ਼ ਤੇਰੇ ਅੰਦਰ ਆਈ ਹੀ ਨਹੀਂ ਹੈ ਭਾਈ। ਤੇਰੇ ਜੀ ਦੇ ਵਿੱਚ ਜੀ ਦਇਆ ਤੇਰੇ ਅੰਦਰ ਹੈ ਹੀ ਨਹੀਂ, ਉਹ ਜੀ ਨਹੀਂ ਹੈਗੇ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਪਰਮਾਨੰਦ ਜੀ ਕਹਿੰਦੇ ਆ ਬਈ ਤੂੰ ਸਾਧ ਸੰਗਤ ਕਾਹਦੀ ਕੀਤੀ ਹੈ? ਸਾਧ ਸੰਗਤ ਦੇ ਨਾਲ ਮਿਲ ਕੇ ਤੇਰੇ ਅੰਦਰ ਪਵਿੱਤਰ ਹੋਣ ਦੀ ਗੱਲਬਾਤ ਤਾਂ ਕੁਛ ਹੈ ਹੀ ਨਹੀਂ। ਤੂੰ ਉੱਪਰ ਨੂੰ ਜਾਣਾ, ਤੇਰਾ ਜੀਵਨ ਪੁਨੀਤ ਹੋਣਾ ਸੀਗਾ, ਪੁੰਨ ਕਰਨੇ ਸੀਗੇ, ਉਹ ਤਾਂ ਤੇਰੇ ਅੰਦਰ ਕੋਈ ਇਸ ਤਰ੍ਹਾਂ ਦਾ ਤਾਂ ਕੋਈ ਸਿਸਟਮ, ਇਸ ਤਰ੍ਹਾਂ ਦਾ ਤਾਂ ਕੋਈ ਤੇਰੇ ਅੰਦਰ ਲੱਛਣ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਤੂੰ ਦੱਸ ਪਾਈ ਇਹ ਗਿਆਨ ਲੈ ਕੇ, ਗਿਆਨ ਦੇ ਕੇ ਔਰ ਸਾਰੇ ਦੁਨੀਆ ਨੂੰ ਜਿਹੜਾ ਪ੍ਰਭਾਵਿਤ ਕਰਕੇ ਜਿਹੜਾ ਹੈਗਾ, ਲੋਕਾਂ ਤੇ ਪ੍ਰਭਾਵ ਪਾ ਕੇ ਜਿਹੜਾ ਹੈਗਾ, ਤੇ ਤੈਨੂੰ ਕੀ ਮਿਲਣਾ ਹੈ? ਤੇਰਾ ਆਪਣਾ ਜੀਵਨ ਕੀ ਹੈਗਾ? ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਤੇਰੇ ਅੰਦਰ ਤਾਂ ਪਵਿੱਤਰਤਾ ਆ ਨਹੀਂ ਰਹੀ ਭਾਈ। ਤੂੰ ਤਾਂ ਆਪ ਤਾਂ ਨਿਘਾਰ ਦੇ ਵੱਲ ਨੂੰ ਜਾ ਰਿਹਾ। ਤੂੰ ਜੇ ਪੁਰਾਣ ਸੁਣ ਕੇ ਕੀਤਾ ਕੀ ਹੈ ਮੈਨੂੰ ਇਹ ਦੱਸ ਦੇ। ਅਰਥਾਤ ਤੂੰ ਜਿਹੜਾ ਹੈਗਾ ਇਹ ਗਿਆਨ ਦੇ ਨਾਲ, ਗਿਆਨ ਚਰਚਾ ਦੇ ਨਾਲ ਤੂੰ ਕੁਛ ਵੀ ਨਹੀਂ ਕੀਤਾ। ਤੇਰਾ ਆਪਣਾ ਜੀਵਨ ਜਿਹੜਾ ਹੈਗਾ ਬਹੁਤ ਹੀ ਨਿਘਾਰ ਤੇ ਜਾ ਰਿਹਾ ਹੈ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਬਾਣੀ ਜਦੋਂ ਵੀ ਆਪਾਂ ਛੇੜਦੇ ਆ, ਦੇਖੋ ਬਾਣੀ ਕੀ ਕਹਿੰਦੀ ਸਾਨੂੰ, ਸਿੱਧਾ ਹੀ ਸਾਡੇ ਤੇ ਉਂਗਲ ਕਰ ਦਿੰਦੀ, ਤੁਹਾਨੂੰ ਹੀ ਫੜ ਲੈਂਦੀ। ਉਹ ਆਊਟਪੁੱਟ ਦੀ ਜ਼ਿਆਦਾ ਗੱਲ ਕਰਦੇ। ਉਹ ਕਹਿੰਦੇ ਨੇ ਕਿ ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ। ਮਤਲਬ ਜਿਹੜਾ ਅਧਿਆਤਮਿਕ ਜੀਵਨ ਆ ਉਹ ਕੇਵਲ ਪੜ੍ਹਨ ਜਾਂ ਸੁਣਨ ਦਾ ਵਿਸ਼ਾ ਨਹੀਂ ਹੈ, ਉਹ ਪ੍ਰੈਕਟੀਕਲ ਜੀਵਨ ਹੈ। ਜਿਸ ਤਰ੍ਹਾਂ ਆਪਾਂ ਬੁਰੇ ਕਰਮਾਂ ਦੇ ਨਾਲ ਆਪਣੇ ਕਰਾਨਤ ਸਰੀਰ ਨੂੰ ਭਰਦੇ ਹਾਂ, ਉਸੇ ਹੀ ਤਰ੍ਹਾਂ ਚੰਗਿਆਈ ਜਿਹੜੀ ਆ ਉਹ ਸਾਡੇ ਜੀਵਨ ਦੀ ਦਿਸ਼ਾ ਸਹੀ ਹੈ ਜਾਂ ਗਲਤ ਹੈ, ਉਹਦਾ ਪੈਰਾਮੀਟਰ ਹੈ। ਕਿਉਂਕਿ ਜਦੋਂ ਦੀਪਕ ਜਗਦਾ ਹੈ, ਇਕੱਲਾ ਦੀਪਕ ਨਹੀਂ ਜਗਦਾ, ਨਾਲ ਪ੍ਰਕਾਸ਼ ਵੀ ਲੈ ਕੇ ਆਉਂਦਾ। ਇਸ ਤੋਂ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਜੇਕਰ ਆਪਾਂ ਆਤਮਾ ਤੱਤ ਦੇ ਨਜ਼ਦੀਕ ਜਾ ਰਹੇ ਹਾਂ, ਆਤਮਾ ਪਵਿੱਤਰ ਆ, ਪਾਰਸ ਆ, ਦੋਸ਼ ਤੋਂ, ਔਗੁਣ ਤੋਂ ਮੁਕਤ ਹੈ, ਰਜੋ ਤਮੋ ਸਤੋ ਤੋਂ ਅੱਗੇ ਲੰਘ ਕੇ ਹੀ ਕੋਈ ਮਨੁੱਖ ਉਹਨੂੰ ਅਨੁਭਵ ਕਰ ਸਕਦਾ। ਕਿਉਂਕਿ ਇਹਨਾਂ ਤਿੰਨਾਂ ਤੱਤਾਂ ਦੇ ਵਿੱਚ ਜੇਕਰ ਸਾਡੀ ਸੁਰਤੀ ਘੁੰਮ ਰਹੀ ਹੈ, ਇਹਦਾ ਮਤਲਬ ਅਜੇ ਨਹੀਂ ਆਤਮਾ ਨੂੰ ਨਹੀਂ ਜਾਣਿਆ, ਆਤਮਾ ਨੂੰ ਚੀਨਿਆ ਨਹੀਂ। ਕਿਉਂਕਿ ਆਤਮਾ ਜਿਹੜੀ ਆ ਉਹ ਨਿਰਾਕਾਰ ਹੈ, ਔਰ ਜਦੋਂ ਅਸੀਂ ਆਤਮਾ ਦੇ ਸੰਪਰਕ ਚ ਆਉਂਦੇ ਹਾਂ ਤੇ ਸਾਡੇ ਜੀਵਨ ਚ ਬਦਲਾਅ ਆਉਣਾ ਬਹੁਤ ਜ਼ਰੂਰੀ ਹੈ। ਬਾਕੀ ਉਹ ਮਰਜ਼ੀ ਮੇਰੀ ਹੈ, ਮੈਂ ਆਪਣੇ ਆਪ ਨੂੰ ਵੀ ਧੋਖਾ ਦੇ ਸਕਦਾ, ਤੁਹਾਨੂੰ ਤੇ ਦੇਣਾ ਹੀ ਦੇਣਾ। ਤੁਸੀਂ ਕਹੋ ਕਿ ਚਰਨਜੀਤ ਤੈਨੂੰ ਬੁਖਾਰ ਹੈਗਾ, ਮੈਂ ਕਹਿੰਦਾ ਹਾਂ ਮੈਨੂੰ ਬੁਖਾਰ ਨਹੀਂ ਹੈਗਾ, ਜਦ ਕਿ ਮੈਨੂੰ ਪਤਾ ਮੈਨੂੰ ਬੁਖਾਰ ਹੈਗਾ। ਇਹ ਚ ਨੁਕਸਾਨ ਕਿਹਦਾ? ਮੇਰਾ। ਪਰ ਮੇਰੀ ਇੱਕ ਬੜੀ ਵੱਡੀ ਇੱਕ ਸਮੱਸਿਆ ਹੈ ਕਿ ਮੈਂ ਤੁਹਾਡੀ ਨਜ਼ਰ ਚ ਬੜਾ ਵਧੀਆ ਬਣਨਾ ਚਾਹੁੰਦਾ, ਪਰ ਮੇਰੀ ਇੱਕ ਬਹੁਤ ਵੱਡੀ ਇਹ ਸਮੱਸਿਆ ਹੈ, ਤੁਹਾਡੀ ਨਜ਼ਰ ਚ ਮੈਂ ਚੰਗਾ ਬਣਾ ਜਾਂ ਬੁਰਾ ਬਣਾ ਇੰਨਾ ਇੰਪੋਰਟੈਂਟ ਨਹੀਂ ਆ। ਮੈਂ ਆਪਣੇ ਆਪ ਅੰਦਰ, ਮੈਂ ਆਪਣੀ ਨਜ਼ਰ ਚ ਕੀ ਹਾਂ, ਉਹ ਬੜਾ ਇੰਪੋਰਟੈਂਟ। ਇਨਸਾਨ ਜ਼ਿਆਦਾਤਰ ਜੋ ਵੀ ਕਰਮ ਕਰਦਾ ਹੈ, ਇਹ ਕੇਵਲ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਰਦਾ। ਆਪਣੇ ਆਪ ਦੇ ਬਾਰੇ ਨੂੰ ਕੁਛ ਵੀ ਨਹੀਂ ਪਤਾ, ਬਹੁਤ ਘੱਟ ਲੋਕਾਂ ਨੂੰ ਪਤਾ। ਕਿਉਂਕਿ ਇੰਦਰੀਆਂ ਦਾ ਸੁਭਾਅ ਹੈ ਜੜ। ਜੜ ਦੇ ਵਿਸ਼ੇ ਨੂੰ ਇੰਦਰੀਆਂ ਸਾਡੀਆਂ ਜਿਹੜੀਆਂ ਨੇ ਅਨੁਭਵ ਕਰਦੀਆਂ, ਇਸ ਕਰਕੇ ਸਾਨੂੰ ਜੜ ਦੇ ਨਾਲ ਬਹੁਤ ਲਗਾਓ ਹੈ। ਔਰ ਜਦੋਂ ਅਸੀਂ ਆਪਣੇ ਅੰਦਰ ਜਾਂਦੇ ਹਾਂ
ਉੱਥੇ ਜੜ ਦਾ ਕੋਈ ਕੰਮ ਨਹੀਂ, ਉਹ ਸਭ ਸੁਖਮ ਜਗਤ ਹੈ। ਜਦੋਂ ਆਪ ਅੱਖਾਂ ਬੰਦ ਕਰਦੇ ਜੋ ਨਾ, ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਅੰਦਰ ਵਿਚਾਰ ਮੰਡਲ ਹੈ ਉਹ ਤੁਹਾਡਾ ਆਪਣਾ ਹੈ। ਬਹੁਤ ਲੰਮੇ ਸਮੇਂ ਤੋਂ ਆਪ ਉੱਥੇ ਇਨਵੈਸਟ ਕਰ ਰਹੇ ਹੋ, ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਤੁਹਾਡਾ ਉੱਥੇ ਚੱਲ ਰਿਹਾ ਹੈ, ਔਰ ਜੋ ਅੰਦਰ ਚੱਲ ਰਿਹਾ ਹੈ ਉਹ ਕੇਵਲ ਬੀਜ ਨੇ। ਆਉਣ ਵਾਲੇ ਸਮੇਂ 'ਚ ਉਹਨਾਂ ਨੇ ਦਰਖਤ ਬਣਨਾ ਹੈ। ਜੋ ਵੀ ਕੀਤਾ ਜਾ ਸਕਦਾ ਹੈ ਅੰਦਰ ਕੀਤਾ ਜਾ ਸਕਦਾ ਹੈ, ਬਾਹਰ ਤੇ ਕੇਵਲ ਪਰਛਾਵਾਂ ਪ੍ਰਗਟ ਹੋ ਰਿਹਾ। ਹੁਣ ਜਿੱਦਾਂ ਕਿਸੇ ਚੀਜ਼ ਦਾ ਪਰਛਾਵਾਂ ਹੁੰਦਾ, ਉਹਨੂੰ ਆਪਾਂ ਛੋਟਾ ਵੱਡਾ ਨਹੀਂ ਕਰ ਸਕਦੇ। ਜਿਸ ਪਰਛਾਵੇਂ ਨੂੰ ਛੋਟਾ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਓਰੀਜਨਲ ਆਬਜੈਕਟ ਦੇ ਨਾਲ ਕੁਝ ਕਰਨਾ ਚਾਹੀਦਾ। ਇਸੇ ਤਰ੍ਹਾਂ ਸਾਡਾ ਜੀਵਨ ਜਿਹੜਾ ਹੈਗਾ ਹੈ, ਚਾਹੇ ਚੰਗਾ ਹੈ ਜਾਂ ਬੁਰਾ ਹੈ, ਇਹ ਸਾਡੇ ਅੰਤਰਾਕਰਨ ਤੇ ਡਿਪੈਂਡ ਕਰਦਾ। ਜੇਕਰ ਆਪ ਕੁਝ ਕਰਨਾ ਚਾਹੁੰਦੇ ਹੋ, ਕੁਝ ਹਾਸਲ ਕਰਨਾ ਚਾਹੁੰਦੇ ਹੋ, ਤੇ ਤੁਸੀਂ ਆਪਣੇ ਅੰਦਰ ਕੁਝ ਕਰ ਸਕਦੇ ਹੋ, ਬਾਹਰ ਕੁਝ ਨਹੀਂ ਹੈਗਾ। ਬਾਹਰ ਕਰੋਗੇ ਥੱਕ ਜਾਓਗੇ, ਹਾਰ ਜਾਓਗੇ, ਕੁਝ ਨਹੀਂ ਲੱਭਣਾ। ਬਾਹਰ ਕਰਨਾ ਤੇ ਇਦਾਂ ਹੈ ਜਿੱਦਾਂ ਹਨੇਰੇ ਨੂੰ ਪ੍ਰਕਾਸ਼ ਦੀ ਮਦਦ ਤੋਂ ਬਗੈਰ ਦੂਰ ਭਜਾਉਣਾ। ਹਨੇਰੇ ਨੂੰ ਭਜਾਉਣ ਦਾ ਕੋਈ ਤਰੀਕਾ ਨਹੀਂ, ਉਹਨੂੰ ਕੇਵਲ ਭਜਾਉਣ ਦਾ ਤਰੀਕਾ ਹੈ ਇਨਡਾਇਰੈਕਟ, ਡਾਇਰੈਕਟ ਨਹੀਂ। ਡਾਇਰੈਕਟ ਤੁਸੀਂ ਹਨੇਰੇ ਨੂੰ ਕੀ ਕਰੋਗੇ? ਕੁਝ ਵੀ ਨਹੀਂ ਕਰਨਾ। ਇਨਡਾਇਰੈਕਟਲੀ ਤੁਸੀਂ ਪ੍ਰਕਾਸ਼ ਜਗਾਓਗਾ, ਹਨੇਰਾ ਆਪਣੇ ਆਪ ਹੀ ਚਲਾ ਜਾਏ। ਹਨੇਰਾ ਕਿਉਂ ਹੈ? ਕਿਉਂਕਿ ਪ੍ਰਕਾਸ਼ ਨਹੀਂ। ਸਾਡੀ ਜ਼ਿੰਦਗੀ 'ਚ ਔਗਣ ਕਿਉਂ ਆ? ਸਾਡੀ ਜ਼ਿੰਦਗੀ 'ਚ ਦਿਸ਼ਾ ਕਿਉਂ ਨਹੀਂ ਹੈ? ਸਾਡੀ ਜ਼ਿੰਦਗੀ 'ਚ ਵਿਚਾਰ ਸ਼ਕਤੀ ਕਿਉਂ ਨਹੀਂ ਹੈ? ਕਿਉਂਕਿ ਸਾਡੀ ਸੰਗਤ ਵਧੀਆ ਨਹੀਂ। ਜਿਸ ਇਨਸਾਨ ਨੂੰ ਚੰਗੀ ਸੰਗਤ ਮਿਲ ਜਾਂਦੀ ਹੈ, ਉਹਦਾ 95% ਕੰਮ ਹੋ ਜਾਂਦਾ। ਸੰਗਤ ਦੇ ਲਾਗੇ ਬਹਿਣ ਦੇ ਨਾਲ ਜਦੋਂ ਆਪ ਗੁਰਮੁਖਾਂ ਦੀ ਬਚਨ ਸੁਣਦੇ ਹੋ ਬਾਣੀ ਦੇ ਰੂਪ 'ਚ, ਉਸਦੇ ਨਾਲ ਤੁਹਾਡੇ ਚੇਤਨਾ ਦੇ ਉੱਪਰ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਮੈਂ ਜਿਹਨੂੰ ਜੀਵਨ ਸਮਝਦਾ ਸੀ, ਜੀਵਨ ਉਹ ਤੇ ਹੈ ਨਹੀਂ, ਇਹ ਬਾਣੀ ਤੇ ਕੁਛ ਹੋਰ ਕਹਿ ਰਹੀ। ਫਿਰ ਬਾਰ-ਬਾਰ ਉਹ ਨਿਰਮਲ ਧਾਰਾ ਚੱਲਦੀ ਹੈ, ਆਪ ਦਾ ਚਿੱਤ ਹਰ ਦਿਨ ਉਸ ਬਾਣੀ ਨੂੰ ਸਰਵਣ ਕਰਦਾ ਹੈ। ਫਿਰ ਅਲੱਗ-ਅਲੱਗ ਬ੍ਰਹਮ ਗਿਆਨੀ ਕੀ ਕਹਿ ਕੇ ਗਏ, ਪੜ੍ਹਦੇ ਤਾਂ ਤੁਸੀਂ ਸਾਰਾ ਜੀਵਨ ਹੀ ਰਹੇ, ਪਰ ਬਾਣੀ ਦੇ ਵਿੱਚ ਮੈਸੇਜ ਕੀ ਹੈ ਉਹ ਤੁਹਾਨੂੰ ਹੁਣ ਸਮਝ ਆ ਰਿਹਾ। ਇਹ ਵੀ ਬੜੀ ਵੱਡੀ ਗੱਲ ਹੈ, ਸੁਣ ਲਿਆ, ਪਰ ਸੁਣ ਕੇ ਜੇ ਤੁਸੀਂ ਓਦਾਂ ਹੀ ਰੱਖ ਲਿਆ, ਉਹ ਤੇ ਧਿਆਨ ਨਹੀਂ ਦਿੱਤਾ, ਉਸ ਤੇ ਵਿਚਾਰ ਨਹੀਂ ਕੀਤੀ, ਉਸ ਤੇ ਚਿੰਤਨ ਨਹੀਂ ਕੀਤਾ, ਤੇ ਫਿਰ ਵੀ ਕੋਈ ਫਾਇਦਾ ਨਹੀਂ। ਕਹਿਣ ਤੋਂ ਭਾਵ ਕਿ ਡਾਕਟਰ ਕੋਲ ਗਏ, ਦਵਾਈ ਦਿੱਤੀ, ਦਵਾਈ ਘਰੇ ਲਿਆ ਕੇ ਰੱਖ ਲਈ, ਭਲਾ ਉਹਦਾ ਕੀ ਫਾਇਦਾ? ਹੁਣ ਤੁਸੀਂ ਕਹੋ ਜੀ ਮੈਂ 3 ਘੰਟੇ ਡਾਕਟਰ ਕੋਲ ਬੈਠਾ ਸੀ, ਉਹਨੂੰ ਫੀਸ ਦਿੱਤੀ, ਉਹਨੇ 4-5 ਕਿਸਮ ਦੀਆਂ ਦਵਾਈਆਂ ਦਿੱਤੀਆਂ, ਮੈਂ ਲਿਆਂਦੀਆਂ, ਮੈਂ ਘਰੇ ਰੱਖ ਲਈ, ਉਹਦਾ ਕੋਈ ਫਾਇਦਾ ਹੋਊਗਾ? ਨਹੀਂ ਫਾਇਦਾ ਹੋਊਗਾ। ਦੇਖੋ, 2 ਚੀਜ਼ਾਂ ਤੁਹਾਡੇ ਜੀਵਨ 'ਚ ਬੜੀਆਂ ਇੰਪੋਰਟੈਂਟ ਨੇ, ਇੱਕ ਸ਼ੁੱਧੀ ਤੇ ਇੱਕ ਅਸ਼ੁੱਧੀ। ਜਿਹੜੀ ਸ਼ੁੱਧੀ ਹੈ ਉਹ ਤੁਹਾਨੂੰ ਮੁਕਤੀ ਦਿੰਦੀ ਹੈ, ਤੇ ਜਿਹੜੀ ਅਸ਼ੁੱਧੀ ਹੈ ਉਹ ਤੁਹਾਨੂੰ ਬੰਧਨ 'ਚ ਲੈ ਕੇ ਆਉਂਦੀ। ਜੇਕਰ ਤੁਸੀਂ ਅਸ਼ੁੱਧੀ ਦੇ ਨਾਲ ਸੰਬੰਧ ਰੱਖਦੇ ਜੋ, ਔਰ ਜਿੱਥੇ ਸ਼ੁੱਧੀ ਹੈਗੀ ਆ ਉੱਥੇ ਫਿਰ ਮੁਕਤੀ ਨਹੀਂ ਹੈ, ਉੱਥੇ ਬੰਧਨ ਹੈ। ਅਸ਼ੁੱਧੀ ਦਾ ਮਤਲਬ ਕੋਈ ਚੀਜ਼ ਅਸ਼ੁੱਧ ਹੈ, ਸ਼ੁੱਧੀ ਦਾ ਮਤਲਬ ਪਵਿੱਤਰ। ਜਿੰਨਾ ਚਿਰ ਤੱਕ ਸਾਡੇ ਜੀਵਨ 'ਚ ਪਵਿੱਤਰਤਾ ਨਹੀਂ ਆਉਂਦੀ, ਉਹਨਾਂ ਚਿਰ ਤੱਕ ਜੀਵਨ 'ਚ ਉਚਾਈ ਨਹੀਂ ਆਵੇ, ਨਾ ਹੀ ਜੀਵਨ ਦਾ ਗਿਆਨ ਹੋਏਗਾ। ਆਤਮਾ ਬਹੁਤ ਦੂਰ ਦੀ ਹੈ। ਇਹ ਪਹਿਲੀ ਕਲਾਸ ਹੈ, ਸ਼ੁੱਧੀ ਤੇ ਅਸ਼ੁੱਧੀ। ਉਸ ਤੋਂ ਬਾਅਦ ਦੇਖੋ, ਇਨਸਾਨ ਦੀ ਇੱਕ ਮੈਂ ਦੇਖ ਕੇ ਕਮਜ਼ੋਰੀ ਬੜਾ ਦੁਖੀ ਹੁੰਦਾ, ਬੜਾ ਮੈਂ ਸੋਚਦਾ ਕਿ ਇਨਸਾਨ ਚਿੰਤਾ ਮੁਕਤ ਹੋਣਾ ਚਾਹੁੰਦਾ ਹੈ, ਪਰ ਉਹ ਸੋਚਦਾ ਹੈ ਪਦਾਰਥਾਂ ਦੇ ਨਾਲ ਮੈਂ ਚਿੰਤਾ ਮੁਕਤ ਹੋ ਜਾ। ਉਹ ਵੱਧ ਤੋਂ ਵੱਧ ਜ਼ਮੀਨ, ਜਾਇਦਾਦ, ਬੱਚੇ, ਬਹੁਤ ਕੁਝ ਕਰਦਾ। ਕਿਸੇ ਤਰੀਕੇ ਨਾਲ ਉਹ ਚਿੰਤਾ ਮੁਕਤ ਹੋਣਾ ਚਾਹੁੰਦਾ ਹੈ। ਮਕਸਦ ਉਹਦਾ ਇਹੋ ਹੀ ਹੈ ਕਿ ਮੈਂ ਚਿੰਤਾ ਮੁਕਤ ਹੋ ਜਾ। ਪਦਾਰਥ ਇਕੱਠੇ ਕਰਦਾ ਹੈ ਕਿ ਕੱਲ ਨੂੰ ਮੈਨੂੰ ਜ਼ਰੂਰਤ ਨਾ ਰਵੇ ਕਿਸੇ ਚੀਜ਼। ਪਰ ਇੱਕ ਗੱਲ ਯਾਦ ਰੱਖਣਾ,
ਭਾਵੇਂ ਸੰਸਾਰ ਦੀ ਕੋਈ ਵੀ ਚੀਜ਼ ਤੁਹਾਨੂੰ ਮਿਲ ਜੇ, ਭਾਵੇਂ ਤੁਸੀਂ ਕਿਸੇ ਫੈਕਟਰੀ ਜਾਂ ਕਿਸੇ ਚੀਜ਼ ਦੇ ਇੰਡਸਟਰੀ ਦੇ ਮਾਲਕ ਬਣ ਜਾਓ, ਆਪ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ। ਚਿੰਤਾ ਤੋਂ ਮੁਕਤ ਕੇਵਲ ਉਹ ਮਨੁੱਖ ਹੋ ਸਕਦਾ ਹੈ ਜਿਸ ਨੇ ਆਤਮਾ ਤੱਤ ਨੂੰ ਖੁਦ ਅਨੁਭਵ ਕਰ ਲਿਆ। ਔਰ ਕੋਈ ਮਨੁੱਖ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ। ਤੁਹਾਡੇ ਵਿੱਚੋਂ ਕੋਈ ਹੋਵੇਗਾ, ਕਾਫੀ ਕੋਈ ਮਿਲੀਅਨ ਬਿਲੀਅਨ ਪੈਸੇ ਵੀ ਉਹਦੇ ਕੋਲ ਹੋ ਸਕਦੇ, ਪਰ ਆਪ ਜੀ ਉਹਨਾਂ ਚਿਰ ਤੱਕ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਤੁਹਾਨੂੰ ਆਤਮਾ ਦਾ ਸਪਰਸ਼ ਪ੍ਰਾਪਤ ਨਹੀਂ ਹੁੰਦਾ। ਇਹ ਗੱਲ ਬਿਲਕੁਲ ਕਲੀਅਰ ਹੈ। ਜਦੋਂ ਆਪਾਂ ਆਤਮਾ ਤੱਤ ਨੂੰ ਅਨੁਭਵ ਕਰਦੇ ਹਾਂ, ਫਿਰ ਅਸੀਂ ਇਸ ਸੰਸਾਰ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਹਾਂ। ਚੀਜ਼ ਹੋਣ ਜਾਂ ਨਾ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਇਹ ਪੈਂਦਾ ਹੈ ਕਿ ਇਸ ਸੰਸਾਰ ਤੋਂ ਅੱਗੇ ਚਲਿਆ ਜਾਵੇ, ਅਸੀਂ ਨਿੱਜ ਸਰੂਪ 'ਚ ਚਲੇ ਜਾਈਏ, ਜਿੱਥੇ ਸਾਡੀ ਆਤਮਾ ਹੈ, ਜਿੱਥੇ ਪਰਮ ਪਰਮਾਤਮਾ ਹੈ, ਸੱਚ ਚਿਤ ਆਨੰਦ ਹੈ, ਜਿਸ ਨੂੰ ਸਾਡੇ ਕੋਲੋਂ ਕੋਈ ਖੋ ਨਹੀਂ ਸਕਦਾ। ਇੱਥੋਂ ਤੱਕ ਤੁਸੀਂ ਜਿੰਨੇ ਮਰਜ਼ੀ ਔਗਣ ਕੀਤੇ ਆ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਤਿਹਾਸ ਗਵਾਹ ਹੈ। ਆ ਬਾਣੀ ਪੜ੍ਹੋ, ਇਤਿਹਾਸ ਪੜ੍ਹੋ। ਬਹੁਤ ਬਹੁਤ ਦਾਨਵ ਬਿਰਤੀ ਵਾਲੇ ਮਨੁੱਖ ਵੀ ਆਤਮ ਗਿਆਨ ਨੂੰ ਪ੍ਰਾਪਤ ਹੋ ਗਏ। ਇਸ ਦਾ ਮਤਲਬ ਅਸੀਂ ਕਾਫੀ ਚੰਗੇ ਹਾਂ, ਸਾਡੇ ਕਰਮ ਸਾਡੀ ਰੁਕਾਵਟ ਨਹੀਂ ਹਨ। ਇਸ ਗੱਲ ਨੂੰ ਹਮੇਸ਼ਾ ਪਾ ਕੇ ਰੱਖਣਾ। ਔਰ ਦੂਸਰਾ, ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਨਾ ਕਰਿਆ, ਕਿਉਂਕਿ ਤੁਸੀਂ ਯੂਨੀਕ ਜੋ। ਬਾਣੀ ਵਿੱਚ ਇੱਕ ਤੁਕ ਆਉਂਦੀ ਆ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਕਿਉਂ ਨਹੀਂ ਉਪਾਇਆ? ਪਰਮਾਤਮਾ ਇੱਕ ਰੇਤਾ ਦਾ ਕਣ ਵਰਗਾ, ਦੂਜਾ ਰੇਤਾ ਦਾ ਕਣ ਨਹੀਂ ਬਣਾਉਂਦਾ। ਚਰਨਜੀਤ ਵਰਗਾ ਦੂਜਾ ਚਰਨਜੀਤ ਇਸ ਸੰਸਾਰ 'ਚ ਕੀ ਇਸ ਬ੍ਰਹਿਮੰਡ ਦੇ ਵਿੱਚ ਨਹੀਂ ਹੋਵੇਗਾ। ਤੁਹਾਡੇ ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਹਾਂਜੀ, ਕਾਲ ਆ ਗਈ। ਹਾਂਜੀ ਹਾਂਜੀ। ਉਸ ਦਾ ਕਾਰਨ ਕੀ ਹੈ? ਮੇਰੀ ਜ਼ਿੰਦਗੀ ਦਾ ਇੱਕ ਮੇਰਾ ਅਲੱਗ ਮਕਸਦ ਹੈ, ਤੁਹਾਡੇ ਜੀਵਨ ਦਾ ਇੱਕ ਅਲੱਗ ਮਕਸਦ ਹੈ। ਉਹ ਹੈ ਸ਼ੁੱਧਤਾ। ਆਪਾਂ ਜਿੰਨਾ ਚਿਰ ਤੱਕ ਅੰਦਰੋਂ ਸ਼ੁੱਧ ਨਹੀਂ ਹੋ ਜਾਂਦੇ, ਜਿੰਨਾ ਚਿਰ ਤੱਕ ਅਸੀਂ ਆਪਣੀ ਅਸ਼ੁੱਧੀ ਨੂੰ ਦੂਰ ਨਹੀਂ ਕਰ ਲੈਂਦੇ, ਉਹਨਾਂ ਚਿਰ ਆਪਾਂ ਮੁਕਤ ਨਹੀਂ ਹੋ ਸਕਦੇ। ਬਾਣੀ ਜਿਹੜੀ ਹੈ, ਨਾਮ ਹੈ, ਭਗਤੀ, ਆਖਰ ਤੇ ਤੁਹਾਡੇ ਕਰਮਾਂ ਤੇ ਗੱਲ ਨਿਬੜਨੀ। ਪਤਾ ਕੀ ਹੈ, ਚੰਗੀਆਂ ਗੱਲਾਂ ਕਰਨੀਆਂ ਬਹੁਤ ਆਸਾਨ ਹਨ, ਬਹੁਤ ਹੀ ਆਸਾਨ। ਤੁਸੀਂ ਵੇਖੋ, ਪਿੰਡਾਂ ਦੇ ਸਕੂਲਾਂ ਤੇ ਲਿਖੀਆਂ ਨੇ ਕੰਧਾਂ ਦੇ ਉੱਪਰ ਗੱਲਾਂ, ਉਹਨਾਂ ਨੂੰ ਲੋਕ ਪੜ੍ਹਦੇ ਨੇ। ਜਿਹੜੇ ਬੱਚੇ ਉੱਥੇ ਰਹਿੰਦੇ ਨੇ 10-10 ਸਾਲ ਉੱਥੇ ਪੜ੍ਹਦੇ, ਹਰ ਦਿਨ ਪੜ੍ਹਦੇ ਉਹ ਗੱਲਾਂ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਬੜੀਆਂ ਬੜੀਆਂ ਵਧੀਆ ਕਿਤਾਬਾਂ ਲੋਕਾਂ ਨੂੰ ਸਮਝਾਉਣ ਦੇ ਲਈ ਰੱਖੀਆਂ, ਪਰ ਮਨੁੱਖਤਾ ਦਾ ਲੈਵਲ ਉੱਪਰ ਕਿਉਂ ਨਹੀਂ ਉੱਠਦਾ? ਕਿਉਂਕਿ ਲੋਕੀ ਪੜ੍ਹਨ ਤੱਕ ਗੱਲ ਨੂੰ ਖਤਮ ਕਰ ਦਿੰਦੇ। ਆਪ ਜਸਟ ਦੇਖੋ, ਸ਼ਾਇਦ ਹੀ ਆਪਣੇ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ ਕੋਈ ਐਸਾ ਘਰ ਹੋਵੇ ਜਿੱਥੇ ਬਾਣੀ ਨਾ ਪੜ੍ਹੀ ਜਾਂਦੀ ਹੋਵੇ। ਬਹੁਤ ਜ਼ਿਆਦਾ ਪੜ੍ਹਾਈ ਪੜ੍ਹਦੇ ਨੇ, ਪਰ ਜੇਕਰ ਦੇਖਿਆ ਜਾਵੇ ਤੇ 1% ਵੀ ਵਿਚਾਰ ਨਹੀਂ ਹੁੰਦੀ। ਜੇਕਰ ਵਿਚਾਰ ਹੁੰਦੀ ਹੋਵੇ ਨਾ, ਇਹ ਪੰਜਾਬ ਇੱਕ ਅਲੱਗ ਹੀ ਇੱਕ ਬਣਨਾ ਸੀ ਨਕਸ਼ੇ ਦੇ ਉੱਪਰ, ਪਰ ਉਹ ਪੰਜਾਬ ਉਹੀ ਪੜ੍ਹਨ ਤੱਕ ਹੀ ਰਹਿ ਗਿਆ। ਬਾਣੀ ਕਹਿੰਦੀ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਔਰ ਜਨਮ ਨਾਮ। ਇੱਕ ਸ਼ਬਦ ਜੇ ਮੇਰੇ ਪ੍ਰਾਣਾਂ 'ਚ ਵਸ ਜਾਂਦਾ ਹੈ ਤੇ ਮੈਂ ਜਨਮ ਦਾ ਜਿਹੜਾ ਮੇਰਾ ਪ੍ਰੋਬਲਮ ਹੈ ਉਹ ਸੋਲਵ ਹੋ ਜਾਂਦੀ ਹੈ, ਮੈਂ ਮੁਕਤ ਹੋ ਜਾਂਦਾ। ਉਹ ਹੈ ਆਤਮਾ। ਆਤਮਾ ਨੂੰ ਜਾਣਨਾ ਹੀ ਸਭ ਤੋਂ ਵੱਡਾ ਗਿਆਨ ਹੈ। ਬਿਨਾਂ ਆਤਮਾ ਨੂੰ ਜਾਣੇ ਮੁਕਤੀ ਨਹੀਂ ਹੈ। ਨਾ ਆਪ ਸੁਖੀ ਹੋ ਸਕਦੇ ਜੋ, ਨਾ ਆਪ ਚਿੰਤਾ ਤੋਂ ਰਹਿਤ ਹੋ ਸਕਦੇ ਜੋ, ਨਾ ਆਪ ਨਿਰਭਉ ਹੋ ਸਕਦੇ ਜੋ। ਆਪ ਦੇ ਜੀਵਨ 'ਚ ਕੁਛ ਨਹੀਂ ਆਵੇਗਾ।
ਕਿਉਂਕਿ ਕੋਈ ਵੀ ਚੀਜ਼ ਹੈ ਦੇਖੋ ਉਹਦੀ ਕੋਈ ਨਾ ਕੋਈ ਸੋਰਸ ਹੁੰਦਾ ਹੈ। ਜੇਕਰ ਆਪ ਮਿੱਟੀ ਲਿਆਉਣਾ ਚਾਹੁੰਦੇ ਜੋ ਕਿਸੇ ਜ਼ਮੀਨ ਕੋ ਜਾਓਗੇ ਜਿੱਥੇ ਮਿੱਟੀ ਹੈਗੀ ਹੈ, ਜੇ ਆਪ ਪੱਥਰ ਲਿਆਉਣਾ ਚਾਹੁੰਦੇ ਜੋ ਆਪਣੇ ਘਰੇ ਕੰਮ ਕਰਾਉਣ ਦੇ ਲਈ, ਤੁਹਾਨੂੰ ਕਿਸੇ ਜਗ੍ਹਾ ਤੋਂ ਚੀਜ਼ ਨੂੰ ਲੈਣਾ ਪਊ। ਸੀਮਟ, ਰੇਤਾ, ਬਜਰੀ ਜਾਂ ਕੋਈ ਲੱਕੜ ਦਾ ਕੰਮ ਜਾਂ ਕੋਈ ਹੋਰ ਘਰ ਦਾ ਸਮਾਨ। ਬਿਨਾਂ ਸੋਰਸ ਦੇ ਕੋਈ ਵੀ ਚੀਜ਼ ਨਹੀਂ ਹੁੰਦੀ। ਫਰੂਟ ਚਾਹੀਦਾ ਹੈ, ਫਰੂਟ ਕਿੱਥੋਂ ਆਊਗਾ? ਹਵਾ ਚੋਂ ਤਾਂ ਨਹੀਂ ਆਉਣਾ। ਫੁੱਲ ਚਾਹੀਦੇ ਨੇ, ਕਿੱਥੋਂ ਆਉਣਗੇ? ਉਹਨਾਂ ਦੇ ਸੋਰਸ ਨੇ। ਇਨਸਾਨ ਚੰਗਾ ਬਣਨਾ ਚਾਹੁੰਦਾ ਹੈ, ਪਰ ਚੰਗਿਆਈ, ਇਸ ਲਈ ਬਾਣੀ ਕਹਿੰਦੀ ਹੈ ਕਿ ਚੰਗਿਆਈ ਤੂੰ ਫੁੱਲ ਤੇ ਦੇ ਰਹੇ ਹੈ, ਤੂੰ ਫਲ ਵੀ ਦੇ ਰਹੇ ਹੈ, ਪਰ ਸੋਰਸ ਕਿੱਥੇ ਹੈ ਤੇਰੇ ਕੋਲ? ਸੋਰਸ ਤੋਂ ਬਿਨਾਂ ਤੈਨੂੰ ਕਿੱਥੋਂ ਚੀਜ਼ ਪ੍ਰਾਪਤ ਹੋਗੀ? ਔਰ ਜੇ ਤੂੰ ਪ੍ਰਟੈਂਡ ਕਰ ਰਿਹਾ, ਜੇ ਤੂੰ ਦਿਖਾਵਾ ਵੀ ਕਰ ਰਿਹਾ, ਇਹ ਤੇਰੇ ਕੋਲ ਹੈ ਨਹੀਂ ਹੈ, ਤੂੰ ਮਾਲਕ ਨਹੀਂ ਹੈਗਾ। ਜੋ ਦਿਖਾ ਰਿਹਾ ਫਿਰ ਉਹ ਪਖੰਡੀ ਹੈ, ਫਿਰ ਉਹ ਚ ਅਸਲੀਅਤ ਨਹੀਂ ਹੈ। ਇਸੇ ਲਈ ਬਾਣੀ ਕਹਿੰਦੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਚੰਗਿਆਈ ਤੇਰੇ ਪ੍ਰਾਣਾਂ ਚ ਆਉਣੀ ਹੈ। ਜਿਸ ਤਰ੍ਹਾਂ ਮੱਖੀਆਂ ਸ਼ਹਿਦ ਨੂੰ ਲੁਕਾ ਕੇ ਰੱਖਦੀਆਂ, ਉਸੇ ਹੀ ਤਰ੍ਹਾਂ ਇਹ ਵਿਚਾਰ ਸਾਡੀ ਆਤਮਾ ਦੇ ਉੱਪਰ ਛਾਏ ਹੁੰਦੇ ਨੇ। ਪਰ ਜ਼ਿਆਦਾ ਔਖਾ ਖੇਡ ਨਹੀਂ ਹੈ, ਬਹੁਤ ਆਸਾਨ ਹੈ ਅਗਰ ਤੁਸੀਂ ਚੱਲਦੇ ਹੋ। ਬਟ ਚੰਦ ਲੋਕ ਹੀ ਉੱਥੇ ਪਹੁੰਚ ਪਾਉਂਦੇ ਆ, ਕਿਉਂਕਿ ਚੱਲਦੇ ਹੀ ਚੰਦ ਕਿਆ, ਬਹੁਤ ਜ਼ਿਆਦਾ ਭੀੜ ਨਹੀਂ ਹੁੰਦੀ, ਕਿਉਂਕਿ ਜਾਣ ਨੂੰ ਕੋਈ ਤਿਆਰ ਨਹੀਂ। ਹਰ ਕੋਈ ਚਾਹੁੰਦਾ ਹੈ ਕਿ ਦੁਨੀਆ ਬਦਲ ਜਾਵੇ, ਪਰ ਕੋਈ ਵੀ ਇਨਸਾਨ ਖੁਦ ਨੂੰ ਬਦਲਣਾ ਨਹੀਂ ਚਾਹੁੰਦਾ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਔਰ ਲੋਕ ਸੋਚਦੇ ਆ ਕਿ ਮੈਂ ਬਦਲਾਂ, ਮੈਂ ਲੋਕਾਂ ਦੇ ਲਈ ਨਹੀਂ ਬਦਲਣਾ। ਇਹ ਮਨ ਚੋਂ ਸਾਨੂੰ ਵਰਕਾ ਪਾੜ ਦੇਣਾ ਚਾਹੀਦਾ। ਆਪਾਂ ਸੋਚਦੇ ਹਾਂ ਕਿ ਅਸੀਂ ਲੋਕਾਂ ਲਈ ਬਦਲੀਏ। ਲੋਕਾਂ ਲਈ ਕੁਛ ਨਹੀਂ ਜੇ ਹੈਗਾ। ਇਹ ਸਵਾਲ ਸਾਡਾ ਆਪਣਾ ਹੈ। ਤੁਸੀਂ ਚੰਗੇ ਲੋਕਾਂ ਲਈ ਨਹੀਂ ਬਣਨਾ, ਪਰ ਆਪਾਂ ਏਦਾਂ ਸੋਚਦੇ ਹਾਂ ਮੈਂ ਉਹਦਾ ਭਲਾ ਕੀਤਾ, ਮੈਂ ਏਦਾਂ ਕੀਤਾ, ਮੈਂ ਉਹਦੀ ਮਦਦ ਕੀਤੀ। ਉਹਦਾ ਕੋਈ ਕਨੈਕਸ਼ਨ ਨਹੀਂ। ਆਪਾਂ ਜੋ ਕਰ ਰਹੇ ਹਾਂ ਕੇਵਲ ਆਪਣੇ ਲਈ ਕਰ ਰਹੇ ਹਾਂ। ਇਹ ਸ਼ੁਕਰ ਕਰੋ ਕਿ ਅਗਲੇ ਨੇ ਤੁਹਾਨੂੰ ਮੌਕਾ ਦੇ ਦਿੱਤਾ। ਕਈ ਬੰਦੇ ਹੁੰਦੇ ਉਹਨਾਂ ਕੋਲ ਪੈਸਾ ਸੜ ਜਾਂਦਾ, ਸਵਾਹ ਹੋ ਜਾਂਦਾ, ਕਿਸੇ ਕੰਮ ਹੀ ਨਹੀਂ ਹੁੰਦਾ। ਜੇ ਤੁਹਾਡਾ ਥੋੜਾ ਬਹੁਤਾ ਕਿਤੇ ਲੱਗ ਗਿਆ ਹੈ ਨਾ, ਤੁਸੀਂ ਸ਼ੁਕਰ ਕਰੋ ਉਸ ਬੰਦੇ ਦਾ, ਉਹਨੇ ਤੁਹਾਨੂੰ ਅਵਸਰ ਦੇ ਦਿੱਤਾ। ਇਹ ਵੇਖ ਲਓ, ਕਥਾ ਜਿੱਥੋਂ ਮਰਜ਼ੀ ਆ ਪੜ੍ਹ ਕੇ ਦੇਖ ਲਓ। ਕਥਾ ਦੇ ਵਿੱਚ ਕੇਵਲ ਸਾਨੂੰ, ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਡਰੀਏ, ਸਾਨੂੰ ਡਰਨ ਦੀ ਲੋੜ ਨਹੀਂ। ਅੱਜ ਬਾਣੀ 'ਚ ਖਾਸ ਕਰਕੇ ਮੈਂ ਇਹ ਚੀਜ਼ ਸਮਝਾਉਣਾ ਚਾਹੁੰਦਾ ਕਿ ਤੁਸੀਂ ਡਰੋ ਨਾ। ਡਰਨ ਦੀ ਲੋੜ ਨਹੀਂ ਹੈ। ਕੋਈ ਬੰਦਾ ਪਵਿੱਤਰ ਨਹੀਂ ਤੇ ਨਾ ਹੀ ਪਵਿੱਤਰ ਹੋ ਸਕਦਾ, ਕਿਉਂਕਿ ਪ੍ਰਕਿਰਤੀ ਦੇ ਵਿੱਚ ਬੈਠੇ ਹਾਂ। ਬਹੁਤ ਪਾਵਰਫੁਲ ਹੈ। ਵੱਡੇ ਵੱਡੇ ਦੇਖੋ ਕਿੱਡੇ ਕਿੱਡੇ ਰਿਸ਼ੀ ਮੁਨੀ ਹੈ, ਆਖਰ ਤੇ ਉਹਨਾਂ ਤੇ ਵੀ ਪਲਟਵਾਰ ਕਰ ਜਾਂਦੀ ਹੈ ਮਾਇਆ। ਬਹੁਤ ਪਾਵਰਫੁਲ। ਪਰ ਆਪਾਂ ਮਾਇਆ ਨਾਲ ਲੜਨਾ ਨਹੀਂ। ਆਪਾਂ ਜਾਣਾ ਹੈ ਆਤਮਾ 'ਚ। ਸੁਰਤੀ ਨੂੰ ਆਤਮਾ 'ਚ ਲੈ ਕੇ ਜਾਣਾ ਹੈ। ਬਾਕੀ ਸਾਰੀ ਸ਼ਤਰੰਜ ਦੀ ਗੇਮ ਆਪਣੇ ਆਪ ਹੀ ਖੁੱਲ ਜਾਣੀ। ਕੋਈ ਮੁਸ਼ਕਲ ਕੰਮ। ਔਰ ਜੇਕਰ ਤੁਸੀਂ ਸੋਚੋ ਕਿ ਮੈਂ ਚੰਗੇ ਕੰਮ ਕਰਾਂ, ਬੁਰਿਆਂ ਦਾ ਤਿਆਗ ਕਰਦਾ, ਇਹ ਪੋਸੀਬਲ ਨਹੀਂ ਹੈਗਾ। ਬਿਲਕੁਲ ਹੀ ਪੋਸੀਬਲ। ਤੁਸੀਂ ਅੰਦਰੋਂ ਸਹੀ ਹੋ ਜਾਓ, ਭਾਵੇਂ ਤੁਸੀਂ ਗਲਤ ਵੀ ਕੰਮ ਕਰੋਗੇ ਉਹ ਵੀ ਸਹੀ ਆ। ਜੇਕਰ ਤੁਸੀਂ ਅੰਦਰੋਂ ਗਲਤ ਜੋ ਤੇ ਬਾਹਰੋਂ ਤੁਸੀਂ ਸਹੀ ਵੀ ਕਰਮ ਕਰੋਗੇ ਨਾ, ਉਹ ਸਹੀ ਨਹੀਂ ਹੋਣਾ, ਉਹ ਵੀ ਗਲਤ ਹੋਣਾ। ਕਿਉਂਕਿ ਅੰਦਰੋਂ ਜਿਹੜਾ ਕਰਨ ਵਾਲਾ ਹੈ ਉਹ ਗਲਤ ਹੈ। ਆਪਾਂ ਫਿਰ ਕਥਾ ਤੇ ਵਾਪਸ ਆਉਂਦੇ ਹਾਂ। ਹਾਂਜੀ ਨਿੱਜਰ ਸਾਹਿਬ। ਇਹ ਨਾ ਗੋਰਖੀ ਸਾਹਿਬ, ਇੱਕ ਤਾਂ ਨਾ ਨਿੰਦਰਜੀਤ ਦੇਖਿਓ, ਤੁਹਾਡਾ ਪੰਜੇ ਦਾ ਨਿਸ਼ਾਨ ਆ ਰਿਹਾ, ਉਹਨੂੰ ਤੁਸੀਂ ਠੀਕ ਕਰ ਲਓ, ਨਿੰਦਰਜੀਤ। ਦੂਸਰਾ ਜਿਹੜਾ ਹੈਗਾ ਗੋਰਖੀ ਸਾਹਿਬ, ਜਿਹੜਾ ਜਦ ਮਾਲਕ ਪਰਮਾਤਮਾ ਨੇ ਗੇਮ ਹੀ ਇਹ ਪਾਈ ਹੋਈ ਆ, ਮਾਲਕ ਨੇ ਗੇਮ ਪਾਈ ਆ, ਸਵਾਦਾਂ ਦੀ ਗੇਮ ਪਾਈ ਹੋਈ ਆ। ਇਹ ਚੋਗਾ ਖਿਲਾਰਿਆ ਹੋਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੈਗਾ, ਇਹ ਮਾਲਕ ਨੇ ਵਾਈਸਸ ਪਾਈਆਂ ਆ, ਔਰ ਇਹਨਾਂ ਨੂੰ ਜਿੱਤਣਾ ਆ। ਆਪਾਂ ਨੇ ਆਪਣਾ ਜੀਵਨ ਜਿਹੜਾ ਹੈਗਾ, ਇਹ ਹੈਗੀਆਂ ਨੈਗੇਟਿਵ ਚੀਜ਼ਾਂ, ਇਹ ਹੈਗੇ ਅਵਗੁਣ। ਆਪਾਂ ਨੇ ਇਹਨਾਂ ਨੂੰ ਜਿੱਤਣਾ ਹੈ। ਇਹ ਜੇ ਆਪਣਾ ਅੰਦਰੋਂ ਜੇ ਸ਼ੁੱਧ ਹੋ ਗਏ ਆਪਾਂ, ਤੇ ਫਿਰ ਆਟੋਮੈਟੀਕਲੀ ਇਹ ਅਵਗੁਣ ਜਿੱਤੇ ਜਾਣਗੇ। ਇਹ ਨਹੀਂ ਹੋ ਸਕਦਾ ਕਿ ਅੰਦਰੋਂ ਸ਼ੁੱਧ ਹੋ ਜਾਈਏ ਤੇ ਬਾਹਰੋਂ ਜਿਹੜੇ ਆਪਾਂ ਅਵਗੁਣ ਕਰਦੇ ਰਵਾਂਗੇ। ਇਹ ਤਾਂ ਨਹੀਂ ਹੋ ਸਕਦਾ। ਜੇ ਅੰਦਰੋਂ ਜਿਹੜਾ ਸ਼ੁੱਧ ਹੈਗਾ ਤੇ ਉਹ ਬਾਹਰੋਂ ਵੀ ਸ਼ੁੱਧ ਹੋ ਜਾਏਗਾ। ਔਰ ਇਹੀ ਤਾਂ ਮਾਲਕ ਨੇ ਜਿਹੜੀ ਹੈ ਗੇਮ ਪਾਈ। ਆਪਾਂ ਉਹ ਗੇਮ ਦੇ ਨਾਲ ਜਿਹੜਾ ਹੈਗਾ, ਇਹਨਾਂ ਅਵਗੁਣਾਂ ਦੇ ਨਾਲ ਹੀ ਜੇ ਗਤੀ ਕਰ ਰਹੇ ਹਾਂ, ਤੇ ਇਹਦਾ ਮਤਲਬ ਜਿਹੜਾ ਹੈਗਾ ਆਪਾਂ ਤਾਂ ਫਿਰ ਜਿਹੜੇ ਹੈਗੇ
ਆਪਾਂ ਤਾਂ ਉਸੇ ਹੀ ਜਿਹੜਾ ਹੈ ਬੇਸ ਲਾਈਨ ਦੇ ਉੱਤੇ ਹੀ ਬੈਠੇ ਹਾਂ ਆਪਾਂ ਹਾਲੇ। ਗੇਮ ਤਾਂ ਜਿੱਤ ਨਹੀਂ ਪਾ ਰਹੇ। ਗੇਮ ਤਾਂ ਹੈ ਹੀ ਸਵਾਦਾਂ ਦੀ ਤਾਂ ਗੇਮ ਹੈ ਗੋਰਖੀ ਸਾਹਿਬ। ਇਹ ਜਿਹੜੇ ਹੈਗੇ ਇਹ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਇਹ ਸਵਾਦਾਂ ਦੇ ਰੂਪ ਦੇ ਵਿੱਚ ਤਾਂ ਜਿਹੜਾ ਹੈਗਾ ਕਾਲ ਆਪਾਂ ਨੂੰ ਫੜਦਾ ਹੈ। ਆਪਾਂ ਕਹੀਏ ਵੀ ਇਹ ਸਵਾਦ ਜਿਹੜੇ ਹੈਗੇ ਇਹ ਕਾਲ ਦੀ ਪਕੜ 'ਚੋਂ ਜਿਹੜੇ ਹੈਗੇ ਦੂਰ ਹੋ ਜਾਵਾਂਗੇ। ਉਹ ਕਿਵੇਂ ਹੋ ਜਾਵਾਂਗੇ ਜੇ ਆਪਾਂ ਭਗਤੀ ਕਰਕੇ ਜਿਹੜਾ ਹੈਗਾ ਆਪਣੇ ਮਨ ਨੂੰ ਨਹੀਂ ਜਿੱਤ ਪਾਏ। ਆਪਾਂ ਮਨ ਜਿੱਤਾਂਗੇ ਤਦ ਤਾਂ ਜਿਹੜਾ ਹੈਗਾ ਗੇਮ 'ਚੋਂ ਬਾਹਰ ਹੋ ਸਕਾਂਗੇ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਏਦਾਂ ਹੈ ਕਿ ਜਿੱਦਾਂ ਮੈਂ ਨਾ ਪ੍ਰੈਕਟਿਸ ਕੀਤੀ ਹੋਵੇ ਫੁੱਟਬਾਲ ਦੀ, ਬਹੁਤ ਸਾਲ ਪ੍ਰੈਕਟਿਸ ਕੀਤੀ ਹੈ, ਹਰ ਦਿਨ ਕਰਦਾ। ਮੈਂ ਪ੍ਰੈਕਟਿਸ ਇਸ ਲਈ ਕਰਦਾ ਕਿ ਨਿੱਜਰ ਸਾਹਿਬ ਮੈਂ ਦੂਸਰੀ ਜਿਹੜੀ ਟੀਮ ਹੈ ਉਸਦੇ ਖਿਲਾੜੀਆਂ ਦੇ ਨਾਲ ਬਰਾਬਰ ਚੰਗੀ ਤਰ੍ਹਾਂ ਖੇਡ ਸਕਾਂ। ਹਾਂ, ਪਰ ਜੇ ਮੈਂ ਪ੍ਰੈਕਟਿਸ ਕਰਕੇ ਵੀ ਬਰਾਬਰ ਨਹੀਂ ਖੇਡ ਪਾ ਰਿਹਾ, ਉਲਟਾ ਹਾਰ ਰਿਹਾ, ਫਾਇਦਾ ਕੀ ਹੈ ਪ੍ਰੈਕਟਿਸ ਕਰਨ? ਨਹੀਂ, ਜੇ ਤੁਸੀਂ ਪ੍ਰੈਕਟਿਸ ਕਰਕੇ ਫਿਰ ਤਾਂ ਆਪਾਂ ਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਜਿਹਨੇ ਗੇਮ ਪਾਈ ਆ ਉਹਦੇ ਕੋਲ ਹੀ ਪੁਕਾਰ ਕਰਨੀ ਪਊਗੀ ਨਾ। ਹਾਂਜੀ ਜੈਸਾ ਵੈਸੇ ਮੈਂ ਸਧਾਰਨ ਗੇਮ ਦੀ ਗੱਲ ਕਰਦਾ। ਨਾਰਮਲੀ ਜੇ ਮੈਂ ਫੁੱਟਬਾਲ ਦੀ ਗੇਮ ਦੀ ਪ੍ਰੈਕਟਿਸ ਕਰਦਾ, ਹਾਂ ਜੇ ਅਸਲੀ ਤੇ ਮੇਰੀ ਪ੍ਰੈਕਟਿਸ ਕਰਨ ਦਾ ਮਤਲਬ ਤੇ ਇਹ ਆ ਕਿ ਮੈਂ ਬਰਾਬਰ ਦੀ ਟੀਮ ਦੇ ਨਾਲ ਟੱਕਰ ਦੇਵਾਂ। ਬਿਲਕੁਲ ਸਹੀ ਗੱਲ ਆ ਤੁਹਾਡੀ, ਬਿਲਕੁਲ ਸਹੀ ਗੱਲ ਆ। ਤੇ ਫਿਰ ਕੋਚ ਕੋਲ ਜਾਣਾ ਪਊਗਾ ਨਾ, ਆਪਾਂ ਨੂੰ ਟ੍ਰੇਨਿੰਗ ਲੈਣੀ ਪਊਗੀ, ਹੋਰ ਪ੍ਰੈਕਟਿਸ ਕਰਨੀ ਪਊਗੀ। ਨਿੱਜਰ ਸਾਹਿਬ ਜੇ ਮੈਂ ਕੋਚ ਕੋ ਟ੍ਰੇਨਿੰਗ ਵੀ ਲੈ ਲਵਾਂ ਫਿਰ ਵੀ ਹਾਰਾਂ ਤੇ ਇਹਦੇ ਵਿੱਚ ਫਿਰ ਮੇਰੀ ਪ੍ਰੈਕਟਿਸ ਕਰਨ ਦਾ ਕੀ ਫਾਇਦਾ? ਨਹੀਂ ਫਿਰ ਤਾਂ ਅਕਸਰ ਨਿੱਜਰ ਸਾਹਿਬ ਪਤਾ ਕੀ ਹੈ, ਇਨਸਾਨ ਕੀ ਕਰਦਾ, ਇਨਸਾਨ ਕੇਵਲ ਪ੍ਰੈਕਟਿਸ ਕਰਦਾ ਹੈ। ਇਸ ਲਈ ਬਾਣੀ ਕਹਿੰਦੀ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਜਦੋਂ ਇਮਤਿਹਾਨ ਦੀ ਘੜੀ ਆਉਂਦੀ ਉਦੋਂ ਤੇ ਭੱਜ ਜਾਂਦਾ। ਉੱਥੇ ਤੇ ਨਹੀਂ ਨਾ ਟੱਕਰ ਲੈਂਦਾ, ਉੱਥੇ ਤੇ ਚੰਗਿਆਈ ਛੱਡ ਦਿੰਦਾ, ਬੁਰਾਈ ਵੱਲ ਤੁਰ ਪੈਂਦਾ। ਉੱਥੇ ਹੀ ਤਾਂ ਪਤਾ ਲੱਗਣਾ ਹੈ ਗੋਰਖੀ ਸਾਹਿਬ ਗੇਮ ਦਾ, ਬਈ ਹਾਰ ਜਿੱਤ ਤਾਂ ਉੱਥੋਂ ਹੀ ਨਿਕਲਣੀ ਹੈ। ਨਿੱਜਰ ਸਾਹਿਬ ਤੁਹਾਡੀ ਪ੍ਰੈਕਟਿਸ ਦਾ ਮਤਲਬ ਤੇ ਇਹੋ ਹੀ ਹੈ ਨਾ ਕਿ ਤੁਸੀਂ ਉੱਥੇ ਜਾ ਕੇ ਡਟੋ। ਹਾਂ, ਤੇ ਜੇ ਆਪਾਂ ਉੱਥੇ ਜਾ ਕੇ ਹਾਰ ਰਹੇ ਹਾਂ, ਕਰਮਾਂ ਦੇ ਵਿੱਚ ਜਾ ਕੇ ਆਪਾਂ ਹਾਰ ਰਹੇ ਹਾਂ, ਤੇ ਫਿਰ ਭਗਤੀ ਕਰਨ ਦਾ ਵੀ ਕੀ ਫਾਇਦਾ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਜੇ ਆਪਾਂ ਪਾਠ ਵੀ ਕਰਦੇ ਹਾਂ, ਉੱਥੇ ਪਤਾ ਲੱਗ ਗਿਆ ਕਿ ਇੱਥੇ ਗਲਤ ਕੰਮ ਹੋ ਰਿਹਾ ਵਾ, ਤੇ ਆਪਾਂ ਉੱਥੇ ਜਾ ਕੇ ਨਾਲ ਰਲ ਗਏ ਹਾਂ, ਸਗੋਂ ਪਹਿਲਾਂ 2 ਹੀ ਹਨ, ਆਪਾਂ 1 ਰਲ ਕੇ ਹੋਰ 3 ਹੋ ਗਏ। ਤੇ ਫਿਰ ਤੇ ਦਾ ਮਤਲਬ ਕਿ ਆਪਾਂ ਤੇ ਉਹੀ ਧੋਖਾ ਆ ਗਈ ਨਾ, ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਪ੍ਰੈਕਟਿਸ ਕਰੀ ਜਾਂਦੇ ਆ, ਬਾਰ-ਬਾਰ ਪ੍ਰੈਕਟਿਸ ਕਰਦੇ ਆ, ਪਰ ਉਹਦਾ ਪ੍ਰੈਕਟਿਸ ਕਰਨ ਦਾ ਤਾਂ ਫਾਇਦਾ ਸੀ ਕਿ ਮੈਂ ਕਰਮ ਰੂਪੀ ਜਿਹੜਾ ਮੇਰਾ ਇਮਤਿਹਾਨ ਹੈ ਉੱਥੇ ਮੈਂ ਪਾਸ ਹੋਣਾ। ਬਿਲਕੁਲ ਸਹੀ, ਇਹੀ ਤਾਂ ਕੁਐਸਚਨ ਆ ਇਹਨਾਂ ਦਾ, ਪਰਮਾਨੰਦ ਜੀ ਦਾ ਕੁਐਸਚਨ ਹੀ ਇਹ ਹੈਗਾ, ਤੈਨਰ ਕਿਆ ਪੁਰਾਣ ਸੁਣ ਕੀ ਨਾ, ਪ੍ਰੈਕਟਿਸ ਕਰਕੇ ਕੀਤਾ ਕੀ ਆ ਤੂੰ, ਅੱਗੇ ਜਾ ਕੇ ਤਾਂ ਹਾਰ ਗਿਆ। ਹਾਂ, ਕਿ ਉੱਥੇ ਜਾ ਕੇ ਤੇਰਾ ਜਿੱਥੇ ਵਜੂਦ ਆ ਉੱਥੇ ਤਾਂ ਤੂੰ ਫੇਲ ਹੋ ਰਿਹਾ। ਹਾਂ, ਤੇ ਫਿਰ ਤੂੰ ਆ ਜਿਹੜਾ ਆ ਕਰ ਵੀ ਰਿਹਾ, ਕੀ ਕਰ ਰਿਹਾ, ਕਿਸ ਲਈ ਕਰ ਰਿਹਾ? ਇਹਦਾ ਮਤਲਬ ਤੂੰ ਕਿਤੇ ਵਿਚਾਰ ਕੀਤੀ ਹੈ? ਤੁਹਾਨੂੰ ਉਹ ਸਮਝਾ ਰਹੇ ਨੇ ਕਿ ਤੂੰ ਜਿੱਥੇ ਤੂੰ ਕੁਝ ਕਰਨਾ ਸੀ ਔਰ ਜਿਸ ਲਈ ਤੂੰ ਪ੍ਰੈਕਟਿਸ ਕਰਦਾ ਪਿਆ, ਗ੍ਰੰਥ ਪੜ੍ਹਦਾ, ਲਿਖਿਆ ਹੈ, ਦੇਖੋ ਬਾਣੀ ਵਿੱਚ ਲਿਖਿਆ, ਤੈਨਰ ਕਿਆ ਪੁਰਾਣ ਕੀ ਨਾ ਅਗਲੀ ਤੋਂ ਕੋ ਬੋਲੋ, ਅਨ ਭਾਵਨੀ ਭਗਤ ਨਹੀਂ ਉਪਜੀ। ਇੱਥੇ ਪ੍ਰੋਬਲਮ ਹੈ ਨਾ ਗੋਰਖੀ ਸਾਹਿਬ, ਆਪਾਂ ਜਿਹੜੇ ਹੈਗੇ ਖਾਲੀ ਪ੍ਰੈਕਟਿਸ ਕੋਚ ਕੋਲੋਂ ਸੁਣੀ ਜਾ ਰਹੇ ਹਾਂ, ਪ੍ਰੈਕਟਿਸ ਕੋਚ ਕੋਲੋਂ ਲੈ ਰਹੇ ਹਾਂ, ਲੇਕਿਨ ਅਸੀਂ ਜਿਹੜੇ ਹੈਗੇ ਆ ਉਹ ਚੀਜ਼ ਜਿਹੜੀ ਹੈਗੀ ਆਪਾਂ ਪ੍ਰੈਕਟਿਸ ਨਹੀਂ ਕਰ ਰਹੇ, ਖਾਲੀ ਗਿਆਨ ਲੈ ਰਹੇ ਹਾਂ, ਸੁਣ ਰਹੇ ਹਾਂ ਖਾਲੀ। ਅਨ ਭਾਵਨੀ ਭਗਤ ਨਹੀਂ ਉਪਜੀ, ਪੈਦਾ ਹੀ ਨਹੀਂ ਹੋਈ ਭਗਤੀ, ਧਿਆਨ ਸਿਮਰਨ ਤਾਂ ਪੈਦਾ ਨਹੀਂ ਹੋਇਆ। ਅਨ ਭਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ, ਦਇਆ ਵੀ ਪੈਦਾ ਨਹੀਂ ਹੋਈ, ਦਇਆ ਵੀ ਪੈਦਾ ਨਹੀਂ ਹੋਈ ਔਰ ਭਗਤੀ ਵੀ ਪੈਦਾ ਨਹੀਂ ਹੋਈ। ਤੇ ਕਹਿੰਦੇ ਕਾਹਦੇ ਵਾਸਤੇ ਤੂੰ ਜਿਹੜਾ ਹੈਗਾ ਸਾਰੀ ਜਿਹੜੀ ਹੈਗੀ ਗਿਆਨ ਵਗੈਰਾ ਜਿਹੜਾ ਹੈਗਾ ਆਹ ਚਰਚਾ, ਗਿਆਨ ਚਰਚਾ, ਇਹ ਸਾਰਾ ਜਾ ਕੇ ਉੱਥੇ ਬੈਠਦਾ ਆ ਸਾਧ ਸੰਗਤ ਦੇ ਵਿੱਚ, ਤੇ ਕੀਤਾ ਕੀ ਆ ਤੂੰ ਭਗਤੀ ਤਾਂ ਤੇਰੇ ਅੰਦਰ, ਭਗਤੀ ਕਰਨ ਦਾ ਚਾਹ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਇਆ, ਧਿਆਨ ਸਿਮਰਨ ਦਾ ਆਪਣੇ ਅੰਦਰ ਵਰਨ ਦਾ ਤੇਰੇ ਅੰਦਰ ਇੱਛਾ ਹੀ ਨਹੀਂ ਪੈਦਾ ਹੋਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਇਸ ਤੋਂ ਅੱਗੇ ਚਲੀਏ ਨਿੱਜਰ ਸਾਹਿਬ। ਹਾਂ, ਰਹਾਓ ਕਾਮ ਨਾ ਬਿਸਰਿਓ, ਆਹ ਕੌਣ ਹੈ ਜੀ? ਓਹੋ, ਇਹ ਉਠਕ ਪਟਕ ਕਿੱਧਰ ਸ਼ੁਰੂ ਹੋ ਗਈ ਜੀ? ਇਹ ਸੁਖਵਿੰਦਰ ਜੀ ਤੁਸੀਂ ਦੇਖ ਲਓ ਜੀ, ਇਹ ਜਿਹੜੇ ਹੈਗੇ, ਮੈਨੂੰ ਨਹੀਂ ਤਾਂ 1 ਸੈਕਿੰਡ, ਇਹ ਹੋ ਗਏ ਜੀ ਬੰਦ ਕੇ ਨਹੀਂ ਹੋਏ? ਲੱਗਦਾ ਹੋ ਗਏ ਵੀਰ ਜੀ।
ਹਾਂਜੀ ਹਾਂਜੀ ਓਕੇ ਜੀ। ਅੱਗੇ ਕਹਿੰਦੇ ਅੱਗੇ ਜਿਹੜਾ ਹੈਗਾ ਜਿਹੜੀ ਰਿਕੁਆਇਰਮੈਂਟ ਸੀਗੀ ਗੇਮ ਤੁਸੀਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਵੀ ਗੇਮ ਤਾਂ ਹਾਰ ਰਹੇ ਹਾਂ ਆਪਾਂ, ਤੇ ਉਹ ਚੀਜ਼ ਕਹਿੰਦੇ ਆ ਉਹੀ ਕਹਿ ਰਹੇ, ਕਹਿੰਦੇ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ। ਕਹਿੰਦੇ ਗੇਮ 'ਚ ਤਾਂ ਤੂੰ ਹਾਰ ਰਿਹਾ ਹੈ, ਮੈਚ ਤਾਂ ਤੂੰ ਹਾਰ ਕੇ ਆ ਰਿਹਾ ਹੈ, ਗੋਲ ਤਾਂ ਇੱਕ ਵੀ ਨਹੀਂ ਕਰ ਪਾ ਰਿਹਾ ਭਾਈ। ਉਹ ਕਿਵੇਂ ਕਰੇਗਾ ਜਦ ਭਗਤੀ ਨਹੀਂ ਪੈਦਾ ਹੋਈ? ਜਿਹੜੀ ਚੀਜ਼ ਨੇ ਜਿੱਤਣਾ ਸੀਗਾ ਜ਼ਿਆਦਾ ਪ੍ਰੈਕਟਿਸ ਤਾਂ ਆਪਾਂ ਕਰ ਹੀ ਨਹੀਂ ਰਹੇ, ਸਿਰਫ ਜਿਹੜਾ ਗਿਆਨ ਲੈ ਰਹੇ ਹਾਂ, ਕੋਚ ਦੀ ਥਿਓਰੀ ਕਲਾਸ ਅਟੈਂਡ ਕਰਦੇ ਹਾਂ, ਪ੍ਰੈਕਟੀਕਲ ਦਾ ਆਪਾਂ ਕਰਦੇ ਨਹੀਂ ਆ। ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੂਟੀ ਨਿਫਲ ਪਈ ਸਭ ਸੇਵਾ। ਕਹਿੰਦੀ ਸਾਰਾ ਜੋ ਵੀ ਕੁਛ ਤੂੰ ਥਿਓਰੀ ਲੈ ਰਿਹਾ ਸੀਗਾ ਸਾਰੀ ਦੀ ਸਾਰੀ ਤੇਰੀ ਜਿਹੜੀ ਹੈਗੀ ਨਿਫਲ ਹੋ ਗਈ। ਤੂੰ ਸੋਚਦਾ ਸੀ ਮੈਂ ਜਿਹੜਾ ਹੈਗਾ ਬ੍ਰਹਮ ਗਿਆਨੀ ਹੋ ਗਿਆ, ਮੈਨੂੰ ਗਿਆਨ ਆ ਗਿਆ, ਪਰ ਤੇਰਾ ਪ੍ਰੈਕਟੀਕਲ ਦੇ ਵਿੱਚ ਤਾਂ ਜ਼ੀਰੋ ਹੈ ਤੂੰ। ਹਾਂਜੀ ਗੋਰਖੀ ਸਾਹਿਬ। ਹਾਂਜੀ ਦੇਖੋ ਸਾਧ ਸੰਗਤ ਜੀ ਫਿਰ ਸੂਈ ਘੁਮਾ ਕੇ ਆਪਣੇ ਤੇ ਲਿਆਂਦੀ ਉਹਨਾਂ ਨੇ। ਕਹਿੰਦੇ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ। ਕਹਿੰਦੇ ਤੇਰੇ ਅੰਦਰੋਂ ਕਾਮ ਤੇ ਘਟਿਆ ਨਹੀਂ ਬਈ। ਕਹਿੰਦੇ ਦੀਵਾ ਜਗਾਇਆ ਸੀ ਤੇ ਫਿਰ ਹਨੇਰਾ ਕਿਉਂ ਨਹੀਂ ਦੂਰ ਹੋਇਆ ਤੇਰਾ? ਕਿਉਂਕਿ ਉਹ ਜੋ ਤੂੰ ਕਰ ਰਿਹਾ ਹੈ ਉਹਦਾ ਆਊਟਪੁੱਟ ਨਿਕਲਣਾ ਬਹੁਤ ਜ਼ਰੂਰੀ ਹੈ। ਆਊਟਪੁੱਟ ਦਾ ਕੀ ਮਤਲਬ ਹੈ? ਔਗੁਣਾਂ ਤੋਂ ਮੁਕਤੀ। ਹਾਂ ਦੀਵਾ ਜਗਾਇਆ ਸੀ ਗੋਰਖੀ ਸਾਹਿਬ, ਦੀਵਾ ਜਗਾ ਕੇ ਫਿਰ ਰਸਤਾ ਵੀ ਦਿਖ ਗਿਆ ਤੇ ਰਸਤੇ ਤੇ ਤੁਰਿਆ ਹੀ ਨਹੀਂ ਬੰਦਾ, ਖੜਾ ਤਾਂ ਉੱਥੇ ਹੀ ਹੈਗਾ ਜਿੱਥੋਂ ਜਰਨੀ ਸ਼ੁਰੂ ਕਰਨੀ ਸੀ, ਲਾਈਨ ਉਸੇ ਲਾਈਨ ਤੇ ਖੜਾ ਹੈ। ਹਾਂਜੀ ਵੀਰ ਜੀ। ਪਰ ਬੰਦੇ ਦਾ ਧਿਆਨ ਤੇ ਕਿ ਦੁਨੀਆ ਬਦਲੂਗੀ, ਪਰ ਇਹਨੂੰ ਤੇ ਪਤਾ ਨਹੀਂ ਕਿ ਦੁਨੀਆ 'ਚ ਕਿਸੇ ਨੇ ਨਹੀਂ ਬਦਲਣਾ। ਦੁਨੀਆ 'ਚ ਇੱਕੋ ਹੀ ਬੰਦਾ ਬਦਲ ਸਕਦਾ ਹੈ, ਉਹ ਹੈ ਤੂੰ। ਦੂਜੇ ਨੇ ਤੇ ਕਿਸੇ ਬਦਲਣਾ ਨਹੀਂ। ਪਰ ਜਿੱਦਣ ਸੱਜਣਾ ਤੂੰ ਬਦਲ ਗਿਆ ਤੇ ਤੈਨੂੰ ਪਤਾ ਲੱਗ ਜਾਣਾ ਕਿ ਦੁਨੀਆ ਸਾਰੇ ਸਹੀ ਆ, ਤੂੰ ਹੀ ਗਲਤ ਸੀ। ਬਿਲਕੁਲ। ਇਸ ਲਈ ਬਾਣੀ ਕਹਿੰਦੀ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਕਿ ਤੇਰੇ ਮਨ 'ਚ ਕਨਫਿਊਜ਼ਨ ਕ੍ਰੀਏਟ ਨਾ ਹੋ ਜਾਏ। ਫਿਰ ਲਿਖ ਕੇ ਗਏ ਨੇ ਉਹ ਮਿਸ ਅੰਡਰਸਟੈਂਡਿੰਗ ਕਰ ਲੈਣੀ ਕਿ ਸ਼ਾਇਦ ਮੈਂ ਸਹੀ ਹਾਂ ਦੁਨੀਆ ਗਲਤ ਹੈ। ਉਹ ਕਹਿੰਦਾ ਸੰਸਾਰ ਤੇਰੇ ਅੰਦਰ ਦੇ ਦਰਪਣ ਦੀ ਰਿਫਲੈਕਸ਼ਨ ਹੈ। ਜੋ ਤੂੰ ਅੰਦਰੋਂ ਤੈਨੂੰ ਦਿਖਾ ਰਹੀ ਹੈ, ਸ਼ੀਸ਼ਾ ਹੈ ਸੰਸਾਰ। ਇਸੇ ਲਈ ਕਹਿੰਦੇ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਜਿਹੜਾ ਭੋਗੀ ਆ ਉਹਨੂੰ ਸਵਰਗ 'ਚ ਲੈ ਜਾਓ, ਉਹਨੇ ਭੋਗਾਂ ਨੂੰ ਦੇਖਣਾ, ਤੇ ਜੋਗੀ ਨੂੰ ਤੁਸੀਂ ਨਰਕ 'ਚ ਲੈ ਜਾਓ, ਉਹਨੇ ਸਵਰਗ ਬਣਾ ਲੈਣਾ। ਤੁਹਾਡਾ ਨਰਕ, ਤੁਹਾਡਾ ਸਵਰਗ ਅਸੀਂ ਜਿੱਥੇ ਜਾਂਦੇ ਹਾਂ ਆਪਣੇ ਨਾਲ ਲੈ ਕੇ ਜਾਂਦੇ ਔਰ ਉਹਦੇ ਵਿੱਚ ਹੀ ਰਹਿੰਦੇ ਹਾਂ। ਇਸੇ ਕਰਕੇ ਬਾਣੀ ਬਹੁਤ ਮਨਾ ਕਰਦੀ ਹੈ ਕਿ ਕਈ ਲੋਕ ਜੰਗਲਾਂ 'ਚ ਚੱਲ ਜਾਂਦੇ ਆ। ਉਹ ਕਹਿੰਦੇ ਤੂੰ ਨਰਕ ਆਪਣਾ ਨਾਲ ਹੀ ਤੇ ਲੈ ਆ। ਨਰਕ ਤੇਰੇ ਅੰਦਰ ਸੀ ਤੇ ਤੈਨੂੰ ਇਸ ਕਰਕੇ ਸੰਸਾਰ 'ਚ ਨਰਕ ਨਜ਼ਰ ਆਉਂਦਾ ਸੀ। ਤੇ ਜਿਹੜਾ ਸਵਰਗ ਹੁੰਦਾ ਵਾ ਉਹ ਬੰਦਾ ਭਾਵੇਂ ਜਿੱਥੇ ਮਰਜ਼ੀ ਲੈ ਜਾਓ, ਉਹਨੂੰ ਨਰਕ 'ਚ ਭੇਜ ਦੋ, ਉਹਦੇ ਅੰਦਰ ਹੀ ਸਵਰਗ ਹੈ। ਦੇਖੋ ਇੱਕ ਚੀਜ਼ ਨੂੰ ਸਾਧ ਸੰਗਤ ਜੀ ਗੱਲ ਯਾਦ ਰੱਖਣੀ, ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਔਰ ਸਾਨੂੰ ਇੱਕ ਚੀਜ਼ ਨਹੀਂ ਆਉਂਦੀ, ਅਸੀਂ ਕਿਤੇ ਉਹਦਾ ਧੰਨਵਾਦ ਨਹੀਂ ਕਰਦੇ। ਇਹ ਮਨੁੱਖ ਨੂੰ ਇੱਕ ਬਹੁਤ ਵੱਡੀ ਇੱਕ ਬਿਮਾਰੀ ਚੰਬੜੀ ਹੈ। ਇਹ ਕਿਤੇ ਵੀ ਉਹਦਾ ਥੈਂਕ ਨਹੀਂ ਕਰਦਾ, ਥੈਂਕ ਯੂ ਨਹੀਂ ਕਹਿੰਦਾ, ਉਹਦਾ ਧੰਨਵਾਦ। ਇੱਕ ਮਾਮੂਲੀ ਜਿਹਾ ਬੰਦਾ ਤੁਹਾਡੇ ਥੋੜੀ ਜਿਹੀ ਕੋਈ ਮਦਦ ਕਰਦੇ, ਤੁਸੀਂ ਥੈਂਕ ਯੂ ਕਹਿੰਦੇ ਥੱਕਦੇ ਨਹੀਂ। ਕਿਸੇ ਨੇ ਬੂਹਾ ਖੋਲਤਾ ਤੇ ਤੁਸੀਂ ਉਹਦੇ ਗੋਡਿਆਂ ਨੂੰ ਹੱਥ ਲਾਉਣ ਤੱਕ ਜਾਂਦੇ ਜੋ। ਪਰਮਾਤਮਾ ਨੇ ਇੰਨਾ ਕੁਝ ਦਿੱਤਾ, ਇਨਸਾਨ ਏਡਾ ਬੇਸ਼ਰਮ, ਇਹਨੇ ਕਿਤੇ ਨਹੀਂ ਉਹਦਾ ਧੰਨਵਾਦ ਕੀਤਾ। ਧੰਨਵਾਦ ਕਰਨ ਦੇ ਨਾਲ ਕੀ ਹੁੰਦਾ ਕਿ ਤੁਸੀਂ ਅੰਦਰੋਂ ਸ਼ਾਂਤ ਹੋ ਜਾਂਦੇ। ਜਦੋਂ ਆਪਾਂ ਕੰਪਲੇਂਟ ਕਰਦੇ ਹਾਂ ਨਾ, ਟੂ ਮੱਚ ਕੰਪਲੇਂਟ, ਇਸ ਨਾਲ ਕੀ ਹੁੰਦਾ ਕਿ ਸਾਡੇ ਜੀਵਨ ਦੇ ਵਿੱਚ ਅਸ਼ਾਂਤੀ ਵੱਧਦੀ। ਜੇਕਰ ਤੁਸੀਂ ਸ਼ਾਂਤ ਹੋਣਾ ਚਾਹੁੰਦੇ ਹੋ ਤਾਂ ਉਹਦਾ ਧੰਨਵਾਦ, ਤੇ ਜੇ ਤੁਸੀਂ ਅਸ਼ਾਂਤ ਹੋਣਾ ਚਾਹੁੰਦੇ ਹੋ ਫਿਰ ਕੰਪਲੇਂਟ ਕਰੀ ਜਾਓ। ਫਿਰ ਤੇ ਤੁਹਾਡੇ ਕੋਲ ਬਹੁਤ ਕੁਛ ਹੈਗਾ ਕੰਪਲੇਂਟ ਕਰਨ ਵਾਲਾ, ਕਿਉਂਕਿ ਕੰਪਲੇਂਟ ਕਰਨੀ ਬਹੁਤ ਆਸਾਨ ਹੈ। ਔਰ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਜਿਹੜੀ ਹੈ ਅਸ਼ਾਂਤੀ ਵੱਧਦੀ। ਆਪ ਜਸਟ ਦੇਖੋ, ਉਹ ਕਹਿ ਰਹੇ ਨੇ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਪੈ ਸਭ ਸੇਵਾ। ਨਜਰ ਸਾਹਿਬ ਇਹ ਤੋਂ ਬੋਲਣੀ ਹੈ ਨਾ ਤੁਸੀਂ? ਹਾਂਜੀ ਹਾਂਜੀ ਬਿਲਕੁਲ ਬੋਲੋ ਜੀ।
ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਕਹਿੰਦੇ ਪਰਾਈ ਨਿੰਦਾ ਜਿਹੜੀ ਆ ਤੇਰੇ ਕੋਲੋਂ, ਪਰਾਈ ਨਿੰਦਾ ਦੀ ਵਾਦੀ ਜਿਹੜੀ ਹੈ ਤੇਰੀ ਆਦਤ ਜਿਹੜੀ ਹੈਗੀ ਉਹ ਤਾਂ ਗਈ ਨਹੀਂ। ਪਰਾਈ ਨਿੰਦਾ ਤੂੰ ਤਾਂ ਇਹ ਤਾਂ 24 ਘੰਟੇ ਕਰੀ ਜਾ ਰਿਹਾ, ਤੇ ਤੇਰੀ ਸੇਵਾ ਜੋ ਵੀ ਤੂੰ ਸੇਵਾ ਕੁਛ ਕਰ ਰਿਹਾ ਧਰਮ ਦੇ ਨਾਮ ਦੇ ਉੱਤੇ, ਸਾਰੀ ਦੀ ਸਾਰੀ ਕਹਿੰਦੇ ਨਿਫਲ ਹੋ ਗਈ, ਕੋਈ ਫਲ ਤਾਂ ਤੈਨੂੰ ਪ੍ਰਾਪਤ ਨਹੀਂ ਹੋਇਆ ਪਿਆਰਿਆ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਨੇ ਕਿ ਪਰ ਨਿੰਦਾ ਮੁਕਤੀ ਨਹੀਂ ਛੂਟੀ, ਨਿਫਲ ਭੈ ਸਭ ਸੇਵਾ। ਉਹ ਕਹਿੰਦੀ ਤੇਰੀ ਜਿਹੜੀ ਸੇਵਾ ਵੀ ਆ ਉਹ ਨਿਫਲ ਹੋਵੇਗੀ। ਕਿਉਂ ਨਹੀਂ ਫਲ ਲੱਗੂਗਾ? ਕਿਉਂਕਿ ਤੇਰੀ ਜ਼ੁਬਾਨ ਜਿਹੜੀ ਆ ਉਹ ਨਿੰਦਿਆ ਕਰਨ ਤੋਂ ਬਾਜ ਨਹੀਂ ਆਉਂਦੀ। ਪਰਾਈ ਨਿੰਦਿਆ ਦੇ ਵਿੱਚ ਨਾ ਬੜਾ ਰਸ ਮਿਲਦਾ ਹੈ ਬੰਦੇ ਨੂੰ, ਪਰ ਪ੍ਰਾਪਤੀ ਕੁਛ ਨਹੀਂ ਹੁੰਦੀ। ਪਰ ਜਿਹੜਾ ਬੰਦਾ ਕਹਿੰਦੇ ਪਰਾਈ ਨਿੰਦਿਆ ਕਰਦਾ ਨਾ, ਕਹਿੰਦੇ ਉਹਦੇ ਪੁੰਨ ਸੜ ਜਾਂਦੇ ਨੇ। ਜੋ ਸਭ ਸੱਚ ਹੈਗਾ ਜੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਬਹੁਤ ਜਠਰ ਅਗਨੀ ਆ। ਜਿਹੜੇ ਬੰਦੇ ਨੇ ਆਪਣੇ ਪੁੰਨ ਸਾੜਨੇ ਆ ਨਾ, ਉਹ ਅੱਜ ਤੋਂ ਨਿੰਦਿਆ ਕਰਨੀ ਸ਼ੁਰੂ ਕਰੇ। ਬਸ ਤੁਸੀਂ ਕੁਝ ਸਮਾਂ ਪਰਾਈ ਨਿੰਦਿਆ ਕੀਤੀ, ਜਿੰਨੇ ਵੀ ਤੁਹਾਡੇ ਪੁੰਨ ਸੜ ਕੇ ਸੁਆਹ ਗਏ, ਉਹਨਾਂ ਚ ਕੁਛ ਨਹੀਂ ਪੈਦਾ ਹੋਵੇਗਾ। ਇਹ ਸੱਚ ਹੈਗਾ। ਕਿਉਂਕਿ ਨਿੰਦਿਆ ਦਾ ਮਤਲਬ ਇਹੋ ਹੀ ਹੈ ਕਿ ਮੈਂ ਦੂਸਰੇ ਨੂੰ ਬੁਰਾ ਕਹਿਣਾ ਤਾਂ ਜੋ ਮੈਨੂੰ ਆਪਣੀ ਬੁਰਾਈ ਛੋਟੀ ਨਜ਼ਰ ਆਵੇ। ਬਾਣੀ ਇਸ ਲਈ ਕਹਿੰਦੀ ਹੈ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਏ। ਤੂੰ ਐਵੇਂ ਨਾ ਨਿੰਦਿਆ ਕਰਕੇ ਆਪਣੇ ਆਪ ਨੂੰ ਕਨਫਿਊਜ਼ ਬਣਾ ਕਰੀ। ਕਿਉਂਕਿ ਜਦੋਂ ਤੂੰ ਧਿਆਨ ਦੂਜੇ ਤੇ ਦੇਵੇਂਗਾ, ਦੂਜੇ ਦੀ ਬੁਰਾਈ ਵੇਖੇਗਾ, ਤੇ ਤੈਨੂੰ ਆਪਣੀ ਬੁਰਾਈ ਨਜ਼ਰ ਨਹੀਂ ਆਉਣੀ। ਕਹਿੰਦੇ ਦੀਵੇ ਦੇ ਥੱਲੇ ਹਨੇਰਾ ਹੋ ਜਾਂਦਾ। ਕਿਉਂ? ਦੀਵਾ ਹਮੇਸ਼ਾ ਹੀ ਦੂਸਰੇ ਨੂੰ ਵਹਿੰਦਾ। ਇਸੇ ਤਰ੍ਹਾਂ ਸਾਡਾ ਵੀ ਇੱਕ ਜੀਵਨ ਦਾ ਬਹੁਤ ਵੱਡਾ ਇੱਕ ਕਹਿ ਲਓ ਕਿ ਮਾੜੀ ਗੱਲ ਆ ਕਿ ਅਸੀਂ ਹਮੇਸ਼ਾ ਲੋਕਾਂ ਦੇ ਵੱਲ ਧਿਆਨ ਦਿੰਦੇ ਹਾਂ। ਲੋਕਾਂ ਦੀਆਂ ਬੁਰਾਈਆਂ ਦਾ ਪਤਾ, ਲੋਕਾਂ ਦੀਆਂ ਚੰਗਿਆਈਆਂ ਦਾ ਪਤਾ ਹੈ, ਕਿਹੜਾ ਉਗਣ ਕਿਰਚਿਆ। ਪਰ ਅਸੀਂ ਕਿਤੇ ਵੀ ਆਪਣੇ ਆਪ ਤੇ ਧਿਆਨ ਨਹੀਂ ਦਿੰਦੇ। ਅਸੀਂ ਕਿਤੇ ਆਪਣੇ ਆਪ ਨੂੰ ਵੇਖਣ ਦੀ ਨਹੀਂ ਕੋਸ਼ਿਸ਼ ਕੀਤੀ, ਮੇਰੇ ਚ ਕੀ ਚੰਗਿਆਈ ਹੈ ਤੇ ਮੇਰੇ ਚ ਕੀ ਬੁਰਾਈ ਹੈ। ਜਦੋਂ ਸਾਡਾ ਧਿਆਨ ਸਾਡੇ ਉੱਪਰ ਆਊਗਾ ਨਾ, ਉਹਦੇ ਨਾਲ ਕੀ ਹੋਊਗਾ ਕਿ ਅਸੀਂ ਆਪਣੇ ਕਰੀਬ ਆਵਾਂਗੇ। ਸਭ ਤੋਂ ਤੇ ਪਹਿਲਾਂ ਹੀ ਆਪਣੇ ਆਪ ਨੂੰ ਜਾਣਾਂਗੇ ਕਿ ਮੇਰੇ ਅੰਦਰ ਜਿਹੜਾ ਜੀਵ ਆ ਉਹ ਕਿੱਦਾਂ ਦਾ ਹੈ, ਉਹ ਕਿੱਦਾਂ ਦੀ ਸੋਚ ਰੱਖਦਾ, ਉਹ ਸੰਸਾਰ ਨੂੰ ਕਿੱਦਾਂ ਦੇਖਦਾ, ਉਹ ਇੱਕ ਔਰਤ ਨੂੰ, ਇੱਕ ਮਰਦ ਨੂੰ, ਇੱਕ ਪਦਾਰਥ ਨੂੰ, ਇੱਕ ਮਾਇਆ ਨੂੰ ਕਿੱਦਾਂ ਦੇਖਦਾ। ਔਰ ਇਸ ਦੇ ਬਾਰੇ ਜਾਣਕਾਰੀ ਸਾਨੂੰ ਦੁਨੀਆ ਦੀ ਕੋਈ ਕਿਤਾਬ ਨਹੀਂ ਦੇ ਸਕਦੀ। ਇਹਦੇ ਲਈ ਜਾਣਕਾਰੀ ਸਾਨੂੰ ਧਿਆਨ ਸਿਮਰਨ ਦੇ ਸਕਦੀ। ਧਿਆਨ ਸਿਮਰਨ ਜਦੋਂ ਆਪਾਂ ਕਰਦੇ ਹਾਂ, ਸਭ ਤੋਂ ਪਹਿਲਾਂ ਆਪਣੀ ਜਿਹੜੀ ਇੰਟਰੋਡਕਸ਼ਨ ਹੁੰਦੀ ਆ ਉਹ ਆਪਣੇ ਸੈਲਫ ਨਾਲ ਹੁੰਦੀ ਆ ਕਿ ਮੇਰੇ ਅੰਦਰ ਜਿਹੜਾ ਇੱਕ ਸੂਖਮ ਮੰਡਲ ਆ ਉਹ ਕਿੱਦਾਂ ਦਾ ਹੈ ਔਰ ਮੈਂ ਇਹਨੂੰ ਕਿੱਦਾਂ ਦਾ ਬਣਾ ਕੇ ਬੈਠਾ। ਔਰ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਦਿਨ ਦੇ ਵਿੱਚ ਤੁਸੀਂ ਕਿੰਨੇ ਘੰਟੇ, ਕਿੰਨੇ ਮਿੰਟ ਉਸ ਚੀਜ਼ ਦੇ ਉੱਪਰ ਚਿੰਤਨ ਕਰਕੇ ਇਨਵੈਸਟ ਕਰਦੇ। ਔਰ ਕਈ ਏਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਹੈ। ਜਿੱਦਾਂ ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰੀ ਜਾਂਦੇ ਹਾਂ, ਪੈਸਾ ਵਧੀ ਜਾਂਦਾ। ਉਸੇ ਤਰ੍ਹਾਂ ਵਿਚਾਰਾਂ ਦੇ ਨਾਲ ਅਸੀਂ ਬਹੁਤ ਵੱਡੇ ਕਈ ਸੰਸਾਰ ਬਣਾਏ। ਹਾਂਜੀ ਨੇਜਾ ਸਾਹਿਬ, ਅੱਗੇ ਚੱਲੀਏ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਹੁਣ ਇੱਥੇ ਘਰ ਦੇ ਨਾ ਰਾਰੇ ਦੀ ਔਂਕੜ ਲੱਗੀ ਹੈ। ਮੈਂ ਪਹਿਲੀ ਵਾਰੀ ਜਿਹੜਾ ਹੈਗਾ ਇਹਨੂੰ ਵਿਚਾਰ ਕਰਦੇ ਟਾਈਮ ਉਹ ਘਰ ਦੀ ਔਂਕੜ ਨਹੀਂ ਦੇਖੀ। ਬਾਟ ਪਾਰ ਘਰ ਕੇ ਅੰਦਰ ਤੇਰਾ ਜਿਹੜਾ ਹੈਗਾ ਹਾਲੇ ਬਥੇਰਾ ਰਸਤਾ ਹੈ। ਇਹ ਸੰਸਾਰ ਸਮੁੰਦਰ ਤੋਂ ਪਾਰ ਜਾਣਾ ਹੈ ਤੂੰ। ਉੱਥੇ ਤੇਰਾ ਘਰ ਹੈ, ਅਸਲੀ ਟਿਕਾਣਾ ਉੱਥੇ ਹੈਗਾ। ਮੂਸ ਬਿਰਾਨੋ ਪੇਟ ਭਰੇ ਅਪਰਾਧੀ। ਕਹਿੰਦੇ ਦੂਜੇ ਦੇ ਜਿਹੜੇ ਹੈਗੇ ਆ, ਦੂਜਿਆਂ ਨੂੰ ਲੁੱਟ ਕੇ ਜਿਹੜਾ ਹੈਗਾ, ਬਗਾਨੇ ਘਰਾਂ ਨੂੰ ਲੁੱਟ ਕੇ, ਬਗਾਨੇ ਲੋਕਾਂ ਨੂੰ ਲੁੱਟ ਕੇ ਤੂੰ ਪੇਟ ਆਪਣਾ ਭਰਦਾ ਹੈ। ਇੱਥੇ ਸੰਸਾਰ ਦੇ ਵਿੱਚ ਹੀ ਇਹ ਬਾਟ ਦੇ ਉੱਤੇ ਜੀ, ਰਸਤੇ ਦੇ ਉੱਤੇ ਹੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਦੂਸਰਿਆਂ ਨੂੰ ਲੁੱਟ ਰਿਹਾ ਹੈ। ਜਿਹੇ ਪਰਲੋਕ ਜਾਹੇ ਅਪਕੀਰਤ ਸੋਈ ਅਵਿਦਿਆ ਸਾਦੀ। ਜਿਹਦੇ ਨਾਲ ਜਿਹੜਾ ਹੈਗਾ ਤੇਰਾ ਪਰਲੋਕ ਦੇ ਵਿੱਚ ਆ ਸਰੀਰ ਤੋਂ ਬਾਅਦ ਜਿਹੜਾ ਹੈਗਾ, ਮਨੁੱਖੀ ਜੀਵਨ ਤੋਂ ਬਾਅਦ ਜਿਹੜਾ ਹੈਗਾ ਅਪਕੀਰਤ ਹੋ ਜਾਣੀ ਆ। ਉੱਥੇ ਤੇਰੀ ਬੇਇੱਜ਼ਤੀ ਹੋਣੀ ਆ। ਤੇ ਉਹੀ ਤੂੰ ਜਿਹੜਾ ਹੈਗਾ ਵਿਦਿਆ ਦੀ ਜਗ੍ਹਾ ਉਹੀ ਅਵਿਦਿਆ ਸਾਦੀ ਲਿਖਿਆ ਹੈ, ਉਹ ਤੇਰਾ ਪ੍ਰੈਕਟੀਕਲ ਆ। ਉਹ ਅਵਿਦਿਆ ਜਿਹੜੀ ਹੈਗੀ ਆ, ਅਵਿਦਿਆ ਆ। ਵਿਦਿਆ ਨਹੀਂ ਹੈਗੀ, ਚੰਗੇ ਗੁਣ ਨਹੀਂ ਹੈਗੇ,
ਉਹ ਅਵਗੁਣ ਹੈਗੇ, ਉਹਨਾਂ ਦੀ ਸਾਧਨਾ ਕਰ ਰਹੇ ਹਾਂ, ਸਾਧ ਰਹੇ ਹਾਂ ਉਹਨਾਂ ਨੂੰ, ਉਹਨਾਂ ਦਾ ਪ੍ਰੈਕਟੀਕਲ ਕਰ ਰਹੇ ਹਾਂ। ਜਿਹੇ ਪਰਲੋਕ ਜਾਹੇ ਅਪਕੀਰਤ ਸੋਈ ਅਵਿਦਿਆ ਸਾਧੀ, ਤੂੰ ਆਹ ਚੀਜ਼ ਸਾਧਨਾ ਕਰ ਰਿਹਾ, ਅਵਗੁਣਾਂ ਦੇ ਨਾਲ ਤੂੰ ਗਤੀ ਕਰ ਰਿਹਾ। ਪ੍ਰੈਕਟੀਕਲ ਜੀਵਨ ਤੇਰਾ ਅਵਗੁਣਾਂ ਵਾਲਾ ਹੈਗਾ। ਗੁਣ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਜਾ ਕੇ ਜਿਹੜਾ ਹੈਗਾ ਸਾਧ ਤੁਹਾਡੀ ਆਵਾਜ਼ ਬੰਦ ਹੋ ਗਈ। ਓਹੋ ਮਾਫ ਕਰਨਾ ਜੀ। ਬਾਟ ਪਾਰ ਘਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ, ਕਹਿੰਦੇ ਘਰ ਜਿਹੜਾ ਹੈਗਾ ਬਾਟ ਹਾਲੇ ਬਹੁਤ ਬਾਟ ਆ ਤੇਰੀ, ਪਾਰ ਆ, ਇਹ ਪਾਰ ਬ੍ਰਹਮ, ਇਹ ਸੰਸਾਰ ਤੋਂ ਅੱਗੇ ਜਾਣਾ ਹੈ। ਤੇ ਤੂੰ ਕੀ ਕਰ ਰਿਹਾ ਹੈ? ਘਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ, ਤੂੰ ਜਿਹੜਾ ਹੈ ਬਗਾਨਾ ਜਿਹੜਾ ਹੈਗਾ ਘਰਾਂ ਨੂੰ ਜਿਹੜਾ ਹੈਗਾ ਪਰਾਇਆ ਹੀ ਨਿੰਦਾ, ਪਰਾਇਆ ਧਨ, ਪਰਾਇਆ ਰੂਪ, ਇਸ ਦੇ ਵਿੱਚ ਬੈਠਾ ਹੋਇਆ। ਇਸ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਆਪਣਾ ਪੇਟ ਭਰ ਰਿਹਾ। ਆਹ ਤੇਰਾ ਜਿਹੜਾ ਹੈਗਾ ਕੰਮ ਹੈਗਾ। ਜਿਹੇ ਪਰਲੋਕ ਜਾਹੇ ਅਪਕੀਰਤ ਸੋਈ ਅਵਿਦਿਆ ਸਾਧੀ, ਕਹਿੰਦੇ ਜਿਸ ਚੀਜ਼ ਦੇ ਨਾਲ ਪਰਲੋਕ ਜਾ, ਪਰਲੋਕ ਦੇ ਵਿੱਚ ਜਿਹੜਾ ਹੈਗਾ ਇਹ ਸਰੀਰ ਤੋਂ ਬਾਅਦ ਜਿਹੜਾ ਹੈ, ਸੰਸਾਰ ਤੋਂ ਬਾਅਦ ਜਿਹੜਾ ਹੈਗਾ, ਇਹ ਸਰੀਰ ਤੋਂ ਬਾਅਦ ਜਿਹੜਾ ਹੈਗਾ ਤੇਰੀ ਅਪਕੀਰਤ ਹੋਣੀ ਆ। ਉੱਥੇ ਤੇਰੀ ਇਨਸਲਟ ਹੋਣੀ ਆ, ਤੇਰੀ ਬੇਇੱਜ਼ਤੀ ਹੋਣੀ ਆ। ਉੱਥੇ ਧਰਮਰਾਜ ਨੇ ਤੈਨੂੰ ਡੱਕਰ ਦੇਣਾ ਹੈ। ਸੋਈ ਅਵਿਦਿਆ ਸਾਧੀ, ਕਹਿੰਦੇ ਉਹ ਜਿਹੜੀ ਹੈਗੀ ਆ ਅਵਿਦਿਆ, ਕਹਿੰਦੇ ਆ ਉਹ ਜਿਹੜੀ ਹੈਗੀ ਆ, ਜਿਹੜੀ ਅਵਗੁਣ ਜਿਹੜੇ ਹੈਗੇ, ਉਹ ਜਿਹੜੇ ਵਿਸ਼ੇ ਵਿਕਾਰ ਜਿਹੜੇ ਹੈਗੇ, ਉਹੀ ਤੂੰ ਕਰਦਾ ਰਹਿ ਗਿਆ, ਉਹੀ ਅਵਿਦਿਆ ਸਾਧਦਾ ਰਹਿ ਗਿਆ। ਇਹ ਤੇਰੇ ਕੰਮ ਹੈਗੇ ਆ। ਜਿਹੇ ਪਰਲੋਕ ਜਾਹੇ ਅਪਕੀਰਤ, ਉੱਥੇ ਜਾ ਕੇ ਤੇਰੀ ਅਪਕੀਰਤ ਹੋਣੀ ਆ। ਉਹ ਤੇਰਾ ਪ੍ਰੈਕਟੀਕਲ ਆ ਹੈਗਾ। ਤੇਰਾ ਥਿਓਰੀ ਭਾਵੇਂ ਜੋ ਮਰਜ਼ੀ ਲੈ ਰਹੇ ਆ ਭਾਈ, ਪ੍ਰੈਕਟੀਕਲੀ ਤੂੰ ਜਿਹੜਾ ਹੈਗਾ, ਪ੍ਰੈਕਟੀਕਲ ਤੇਰੇ ਜਿਹੜੇ ਹੈਗੇ ਉਹ ਅਵਿਦਿਆ ਹੀ ਹੈਗੀ ਆ, ਅਵਗੁਣ ਹੀ ਹੈਗੇ ਆ, ਉਹ ਤੂੰ ਕਰ ਰਿਹਾ ਹੈ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਉਹ ਕਹਿ ਰਹੇ ਨੇ ਕਿ ਬਾਟ ਪਾਰ ਘਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ, ਜੈ ਪਰਲੋਕ ਜਾਏ ਅਪਕੀਰਤ ਸੋਏ ਅਵਿਦਿਆ ਸਾਧੀ। ਹੁਣ ਜਿੱਦਾਂ ਤੂੰ ਅਪਰਾਧੀਆਂ ਵਾਲੇ ਕੰਮ ਕਰੇਗਾ, ਜੋ ਗਿਆਨ ਦੇ ਉਲਟ ਹੈ, ਅਵਿਦਿਆ ਹੈ, ਇਹਦੇ ਨਾਲ ਤੇਰੀ ਬੇਇੱਜ਼ਤੀ ਹੋਣੀ ਹੈ। ਹੁਣ ਉਧਰ ਮੈਂ ਫੇਸਬੁੱਕ ਤੇ ਪਤਾ ਨੀ WhatsApp ਤੇ ਵੇਖਣ ਡਿਆ, ਇੱਕ ਕੁੜੀ ਮਾਲ ਚ ਗਈ, ਕਿ ਵਿਚਾਰੀ ਨੂੰ ਕੀ ਲੋੜ ਸੀ, ਉੱਥੋਂ ਕੱਪੜੇ ਨੇ ਚੋਰੀ ਕਰ ਲਏ। ਉਹਨੇ ਚੋਰੀ ਕਰਕੇ ਭੱਜੀ ਉੱਥੋਂ। ਉਹ ਗਾਰਡ ਗੋਰਾ ਸੀ, ਕੁੜੀ ਵੀ ਗੋਰੀ ਸੀ, ਫੜ ਲਈ ਗਈ। ਤੇ ਕਿੰਨੀ ਉਹਦੀ ਬੇਇੱਜ਼ਤੀ ਹੋਈ। ਆਪ ਜਸਟ ਦੇਖੋ, ਇੱਥੋਂ ਦੀ ਮੈਂ ਗੱਲ ਕਰਦਾ, ਇਸ ਸੰਸਾਰ ਦੇ ਕੀ ਹੋਊਗੀ 200, 300, 400 ਡਾਲਰ ਦੀ ਗੇਮ। ਪਰ ਬੰਦਾ ਦੇਖੋ, ਉਹ ਤੇ ਇੱਕ ਛੋਟਾ ਮੋਟਾ ਚੋਰ ਆ, ਹੋ ਸਕਦਾ ਉਹਦੀ ਥੋੜੀ ਬੇਇੱਜ਼ਤੀ ਕਰਕੇ ਛੱਡ ਦੇਣਗੇ ਉਹ। ਪਰ ਜਿਹੜਾ ਕੰਮ ਆਪਾਂ ਕਰ ਰਹੇ ਹਾਂ, ਆਪਾਂ ਜਸਟ ਸੋਚੋ ਕਿ ਆਪਾਂ ਐਕਸਪੈਕਟ ਕਰਦੇ ਕਿ ਸਾਨੂੰ ਮਾਫੀ ਦਿੱਤੀ ਜਾਊਗੀ, ਕਿਸ ਬੇਸ ਤੇ ਦਿੱਤੀ ਜਾਊਗੀ? ਕਿਉਂਕਿ ਜੇਕਰ ਆਪਾਂ ਤੁਰਨ ਨੂੰ ਤਿਆਰ ਹੀ ਨਹੀਂ ਹੈ, ਪ੍ਰਕਿਰਤੀ ਕੁਛ ਵੀ ਨਹੀਂ ਕਰਦੀ। ਇੱਥੋਂ ਤੱਕ ਕਿ ਪ੍ਰਮਾਤਮਾ ਵੀ ਪ੍ਰਕਿਰਤੀ ਦੇ ਨਿਯਮ ਨੂੰ ਨਹੀਂ ਤੋੜ ਸਕਦਾ ਬਿਨਾਂ ਕਾਰਨ ਦੇ। ਪ੍ਰਮਾਤਮਾ ਉਸੇ ਬੰਦੇ ਨੂੰ ਕੱਢ ਸਕਦਾ ਜਿਹੜਾ ਭਗਤੀ ਕਰੇ। ਹੋਰ ਦੂਜੇ ਜਿਹੜੇ ਪ੍ਰਕਿਰਤੀ ਦੇ ਅਧੀਨ ਚਾਹੁੰਦੇ ਨੇ, ਪ੍ਰਕਿਰਤੀ ਨੇ ਫਲ ਦੇਣੇ ਦੇਣਾ। ਤੇ ਜੋ ਬੀਜੋਗੇ ਉਗਣਾ ਹੈ, ਗਰੰਟੀ ਹੈ ਉਗਣਾ ਹੈ। ਉਗਣਾ ਕੀ ਵੱਧ ਉਗਣਾ ਹੈ। ਤੁਸੀਂ ਚੰਗਾ ਕੰਮ ਬੀਜ ਕੇ ਵੇਖ ਲਓ, ਆਹ ਲਾਗੇ ਬੰਨੇ ਦੇਖੋ, ਫਸਲਾਂ ਆਪਾਂ ਬੀਜਦੀਆਂ ਕਿੰਨੀਆਂ ਦੂਣੀਆਂ, ਹੋਰ 4-4, 5-5, 10-10, 50-50 ਗੁਣਾ ਹੋ ਕੇ ਦਾਣੇ ਸਾਨੂੰ ਵਾਪਸ ਮਿਲਦੇ। ਔਰ ਕਈ ਏਦਾਂ ਦੇ ਪੌਦੇ ਨੇ, ਅੰਗੂਰਾਂ ਦੀਆਂ ਵੇਲਾਂ ਨੇ, ਜਾਂ ਕੋਈ ਹੋਰ ਅੰਬ ਦਾ ਰੁੱਖ ਲਾ ਲਓ ਜਾਂ ਅਮਰੂਦ ਦਾ ਰੁੱਖ ਲਾ ਲਓ, ਉਹ ਕਿੰਨੇ ਕਿੰਨੇ ਸਾਲ ਫਲ ਦਿੰਦਾ। ਇਸੇ ਤਰ੍ਹਾਂ ਸਾਡਾ ਜੀਵਨ, ਆਪਾਂ ਜਿੱਦਾਂ ਦਾ ਕਰਮ ਬੀਜ ਰਹੇ ਹਾਂ, ਉਹ ਚੀਜ਼ ਜਿਹੜੀ ਮਲਟੀਪਲਾਈ ਹੋ ਰਹੀ ਹੈ, ਉਹ ਸਾਨੂੰ ਮਿਲਣੀ। ਪ੍ਰਕਿਰਤੀ ਏਦਾਂ ਹੀ ਚੱਲਦੀ ਹੈ, ਨਿਯਮ ਹੀ ਉਹਦਾ ਏਦਾਂ ਦਾ। ਬੀਜਣਾ ਨਹੀਂ ਬੀਜਣਾ ਉਹ ਸਾਡੇ ਤੇ ਨਿਰਭਰ ਕਰਦਾ। ਕਈ ਲੋਕ ਬੀਜਦੇ ਨਹੀਂ ਔਰ ਏਦਾਂ ਹੀ ਬੰਜਰੀ ਜ਼ਮੀਨ ਲੈ ਕੇ ਚੱਲ ਜਾਂਦੇ ਨੇ, ਪਰ ਜਿਹੜਾ ਬੀਜੂਗਾ ਪ੍ਰਾਪਤ ਉਹਨੂੰ ਹੋਣਾ। ਕਈ ਲੋਕ ਵੇਖੋ ਪਿੰਡਾਂ 'ਚ ਚੰਗੀ ਭਲੀ ਲਾਗੇ ਪੈਲੀ ਹੁੰਦੀ ਹੈ, ਇੰਨੇ ਆਲਸੀ ਮਰੇ ਹੁੰਦੇ ਆ, ਉਹ
ਸਬਜ਼ੀ ਤੱਕ ਨਹੀਂ ਬੀਜ ਸਕਦੇ, ਮੁੱਲ ਹੀ ਖਰੀਦਦੇ। ਤੇ ਕਈ ਵੇਖੋ ਕੋਈ ਇੰਨੇ ਉਦਮੀ ਹੁੰਦੇ, ਥੋੜੀ ਜਗ੍ਹਾ ਇੱਥੇ ਅੰਮ੍ਰਿਤਸਰ ਵੀ ਨਾ ਲੋਕਾਂ ਗਮਲਿਆਂ ਦੇ ਵਿੱਚ ਸਬਜ਼ੀਆਂ ਲਗਾਈਆਂ, ਉਹ ਆਪਣੀਆਂ ਤੋੜਦੇ ਨੇ, ਖਾਂਦੇ ਨੇ, ਪਰ ਉੱਥੇ ਮਿਹਨਤ ਚਾਹੀਦੀ ਆ, ਪਾਣੀ ਪਾਉਣਾ ਪੈਂਦਾ ਹੈ। ਜਿਹਨੇ ਲੰਮੇ ਪੈ ਰਹਿਣਾ, ਕੰਮ ਨਹੀਂ ਕਰਨਾ, ਉਹਨੂੰ ਸਬਜ਼ੀ ਕਿੱਥੋਂ ਮਿਲਣੀ? ਸੋ ਕਹਿਣ ਤੋਂ ਭਾਵ ਆ ਕਿ ਜੇਕਰ ਆਪਾਂ ਕੋਈ ਮਿਹਨਤ ਕਰਦੇ ਹਾਂ ਤਾਂ ਹੀ ਉਹ ਚੀਜ਼ ਪ੍ਰਾਪਤ ਹੋਣੀ ਹੈ, ਬਿਨਾਂ ਮਿਹਨਤ ਦੇ ਕੁਝ ਪ੍ਰਾਪਤ ਨਹੀਂ ਹੋਵੇ। ਔਰ ਜਿਹੜਾ ਬੰਦਾ ਏਦਾਂ ਹੀ ਸੋਚਦਾ ਵਾ ਕਿ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦਾ ਹੈ, ਅਵਿਦਿਆ ਦੇ ਨਾਲ ਜੀਵਨ ਬਤੀਤ ਕਰਦਾ ਹੈ, ਉਹਨੂੰ ਪ੍ਰਮਾਤਮਾ ਜੋ ਧਰਮ ਬਣਾਇਆ ਹੈ ਉੱਥੇ ਉਹਨੂੰ ਇੱਜ਼ਤ ਨਹੀਂ ਮਿਲਦੀ, ਉਹਨੂੰ ਸ਼ੋਭਾ ਨਹੀਂ ਮਿਲਦੀ। ਤੁਸੀਂ ਵੇਖੋ ਹਾਂ, ਜੇ ਕੋਈ ਮਾੜਾ ਕਰਮ ਕਰਦਾ, ਚੋਰ ਆ, ਠੱਗ ਆ, ਤੇ ਪੁਲਿਸ ਬਹੁਤ ਉਹਦੇ ਗੱਲ 'ਚ ਹਾਰ ਪਾਊਗੀ ਮੇਜਰ ਸਾਹਿਬ। ਨਾ ਬਿਲਕੁਲ ਫੜਿਆ ਜਾਊਗਾ, ਉਹਨੂੰ ਸਜ਼ਾ ਮਿਲਣੀ। ਤੇ ਉਸੇ ਤਰ੍ਹਾਂ ਹੀ ਕਿ ਜੇ ਕੋਈ ਮਾੜੇ ਕਰਮ ਕਰਦਾ, ਹੁਣ ਆਪ ਜਸਟ ਦੇਖੋ ਸਾਧ ਸੰਗਤ ਜੀ, ਇੱਥੇ ਸੰਸਾਰ ਤੇ ਨਾ ਮੈਂ ਇਹ ਮਹਿਸੂਸ ਕਰਦਾ ਕੇਵਲ 2% ਲੋਕ ਫੜੇ ਜਾਂਦੇ ਆ, 98% ਲੋਕ ਫੜੇ ਨਹੀਂ ਜਾਂਦੇ। ਆਪ ਕੀ ਸੋਚਦੇ ਜੋ ਉਹ ਬਚ ਜਾਣਗੇ? ਨਹੀਂ, ਉਹ ਕਿੱਥੋਂ ਬਚਣੇ? ਕੇਵਲ 2% ਲੋਕ ਫੜੇ ਜਾਂਦੇ ਆ ਦੁਨੀਆ ਤੇ। 100% ਜੇ 100 ਬੰਦਾ ਮਾੜਾ ਕੰਮ ਕਰੇ ਨਾ, ਉਹ ਚੋਂ ਜਿਹੜੇ ਆ ਫੜੇ ਜਾਂਦੇ, ਜੇਲ੍ਹਾਂ 'ਚ ਤੁਰੇ ਫਿਰਦੇ, ਕੇਵਲ 2% ਆ, 98% ਬਚ ਜਾਂਦੇ ਆ। ਆਪ ਸੋਚਦੇ ਹੋ ਕਿ ਧਰਮ ਨੂੰ ਕੁਛ ਨਾ ਕਹੂਗਾ, ਪਰ ਜੇਕਰ ਆਪਾਂ ਸੋਚਦੇ ਹਾਂ ਤੇ ਗਲਤ ਆ। ਉਸ ਵਿਧਾਂਤ ਨੂੰ ਜਿਹੜਾ ਬਣਾਇਆ ਪ੍ਰਮਾਤਮਾ ਨੇ, ਉਹਨੇ ਆਪਣਾ ਕੰਮ ਕਰਨਾ ਹੀ ਕਰਨਾ। ਸੰਸਾਰ ਦੀ ਨਜ਼ਰ ਤੋਂ ਬਹੁਤ ਚਲਾਕ ਨੇ, ਬਚ ਗਏ ਨੇ, ਪਰ ਜਿਹੜਾ ਧਰਮਰਾਜ ਆ ਉਹਦੀ ਨਜ਼ਰ ਤੋਂ ਬਚਣਾ ਬਹੁਤ ਔਖਾ। ਉਹ ਤੋਂ ਇੱਕ ਵੀ ਨਹੀਂ ਬਚ ਸਕਦਾ ਗੋਰਖੀ ਸਾਹਿਬ, ਇੱਕ ਵੀ ਬੰਦਾ ਨਹੀਂ ਛੁੱਟ ਸਕਦਾ। ਬਹੁਤ ਔਖਾ ਹੈ, ਇਸੇ ਲਈ ਮੌਤ ਬਣਾਈ ਹੈ। ਮੌਤ ਦਾ ਮਤਲਬ ਹੀ ਹੈ ਕਿ ਇਨਸਾਨ ਤੇ ਕੰਟਰੋਲ ਕੀਤਾ ਜਾਵੇ, ਜੀਵ ਤੇ ਕੰਟਰੋਲ ਕੀਤਾ ਜਾਵੇ, ਕਿਉਂਕਿ ਮੌਤ ਤੋਂ ਬਿਨਾਂ ਤੁਹਾਡੇ ਤੇ ਕੰਟਰੋਲ ਨਹੀਂ ਕੀਤਾ ਜਾਂਦਾ। ਮੌਤ ਦਾ ਟਾਈਮ ਹੈ, ਜਦੋਂ ਮੌਤ ਆਉਂਦੀ ਹੈ ਫਿਰ ਸਾਰਾ ਹਿਸਾਬ ਹੁੰਦਾ ਬੰਦੇ ਦਾ। ਹਾਂਜੀ ਕਿਚਲੀ ਨਿਜਲ ਸਾਹਿਬ। ਹਾਂਜੀ, ਇੱਕ ਨਾ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਗੋਰਖੀ ਸਾਹਿਬ, ਮੇਰਾ ਨਾ ਮਾਈਕ ਜਿਹੜਾ ਸਰਬਜੀਤ ਜਿਹੜੇ ਹੈਗੇ, ਸਰਬਜੀਤ ਨਾਮ ਜਿਹੜੇ ਆ ਰਹੇ, ਉਹ ਬੰਦ ਕਰ ਦਿੰਦੇ ਆ। 2 ਵਾਰੀ ਹੋ ਗਿਆ ਮੈਂ ਖੋਲਦਾ, ਉਹ ਬੰਦ ਕਰ ਦਿੰਦੇ ਆ, ਵੀ ਪਤਾ ਨਹੀਂ ਤੁਹਾਡਾ ਮਾਈਕ। ਹਾਂਜੀ ਵੀ ਮੈਂ ਹੁਣ ਤਾਂ ਖੋਲ ਲਿਆ, ਪਰ ਸ਼ਾਇਦ ਗਲਤੀ ਨਾ ਕਰ ਰਿਹਾ, ਤੇ ਫਿਰ ਨਾ ਕਰਨ ਪਲੀਜ਼। ਤੁਹਾਡਾ ਮਾਈਕ ਨਿਜਲ ਸਾਹਿਬ ਉਹਨਾਂ ਕੋਲ ਕਿੱਦਾਂ ਚਲਾ ਗਿਆ? ਚਲੇ ਜਾਂਦਾ ਐਡਮਿਨ ਤੇ ਤੁਹਾਡੇ? ਨਹੀਂ ਚਲੇ ਜਾਂਦਾ ਹੈ ਗੋਰਖੀ ਸਾਹਿਬ, ਕੋਈ ਵੀ ਕਰ ਸਕਦਾ ਕਿਸੇ ਦਾ ਮਾਈਕ ਬੰਦ ਤਾਂ ਕਰ ਸਕਦਾ ਜੀ ਕੋਈ। ਹਾਂਜੀ ਇਹ ਕੌਣ? ਜੀ ਬੱਚੇ ਕੋਲੋਂ ਗਲਤੀ ਦੇ ਨਾਲ ਹੋ ਗਿਆ ਸੀਗਾ। ਹਾਂਜੀ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਹਾਂਜੀ ਉਹੀ ਮੈਂ ਕਿਹਾ, ਕਿਉਂਕਿ ਉਹ ਨਾ ਫਿਰ ਮੇਰੀ ਆਵਾਜ਼ ਜਿਹੜੀ ਹੈ ਨਾ ਆਈ ਨਹੀਂ, ਦੇਖੋ ਕਾਫੀ ਦੇਰ ਤੱਕ ਗੋਰਖੀ ਸਾਹਿਬ ਨੇ ਦੱਸਿਆ ਤਾਂ ਮੈਨੂੰ ਦੇਖਿਆ, ਮੈਂ ਮਾਈਕ ਦੇਖਿਆ ਆਪਣਾ, ਕੋਈ ਗੱਲ ਨਹੀਂ। ਤੇ ਅੱਗੇ ਤੀਸਰਾ ਬੰਦ ਆ ਗਿਆ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਕਹਿੰਦੇ ਹਿੰਸਾ ਜਿਹੜੀ ਹੈਗੀ ਹੈ, ਦੇਖੋ ਹਿੰਸਾ ਜਿਹੜੀ ਹੈਗੀ, ਕਹਿੰਦੇ ਮਨ ਤੋਂ ਛੁੱਟੀ ਨਹੀਂ ਹਿੰਸਾ ਜਿਹੜੀ ਹੈਗੀ। ਹਿੰਸਕ ਜਿਹੜਾ ਇਨਸਾਨ ਜਿਹਦੇ ਅੰਦਰ ਦਇਆ ਹੀ ਨਾ ਹੋਏ, ਦੂਸਰੇ ਨੂੰ ਉਹਨੇ ਮਾਰ ਕੇ ਖਾਣਾ ਹੀ ਖਾਣਾ ਹੈ, ਦੂਸਰੇ ਤੇ ਤਸ਼ੱਦਦ ਕਰਨੀ ਆ, ਦੂਸਰੇ ਦਾ ਹੱਕ ਲੈਣਾ ਹੀ ਲੈਣਾ ਹੈ। ਕਬੀਰ ਜੀ ਕਹਿੰਦੇ ਆ, ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ, ਤੇ ਸਭੈ ਰਸਾਤਲ ਜਾਏ। ਦੇਖ ਲਓ, ਭੰਗ, ਮਛਲੀ ਤੇ ਸ਼ਰਾਬ, ਇਹ ਸਾਰੇ ਔਗੁਣ ਹੈਗੇ ਆ। ਇਹ ਸਾਰੇ ਜਿਹੜੇ ਹੈਗੇ ਦੁਨੀਆ ਦੇ ਵਿੱਚ ਜਿਹੜੇ ਹੈਗੇ, ਇਹਨਾਂ ਦੀ ਆਪਾਂ ਨੂੰ ਜਿਹੜੇ ਹੈਗੇ, ਇਹ ਸਿਰਫ ਸ਼ੌਕ ਹੈਗੇ ਆਪਣੇ, ਇਹ ਸਵਾਦ ਹੈਗੇ ਆਪਣੇ। ਕਬੀਰ ਜੀ ਕਹਿੰਦੇ ਜਿਹੜੇ ਇਹਨਾਂ ਸਵਾਦਾਂ ਦੇ ਵਿੱਚ ਪਏ ਹੋਏ ਆ, ਤੇ ਉਹਨਾਂ ਦੀ ਭਗਤੀ ਜਿਹੜੀ ਹੈਗੀ, ਜਿੰਨੀ ਮਰਜ਼ੀ ਭਗਤੀ ਕਰਨ, ਉਹ ਰਸਾਤਲ 'ਚ ਨਰਕ ਦੇ ਵਿੱਚ ਜਾਣਗੇ ਹੀ ਜਾਣਗੇ। ਇੱਥੇ ਜਿਹੜੇ ਹੈਗੇ ਪਰਮਾਨੰਦ ਜੀ ਜਿਹੜੇ ਹੈਗੇ, ਉਹ ਵੀ ਇਹੀ ਗੱਲ ਕਹਿ ਰਹੇ, ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਕਹਿੰਦੇ ਜੀਵਾਂ ਦੇ ਉੱਤੇ ਦਇਆ ਕਰਨੀ ਜਿਹੜੀ ਹੈਗੀ, ਇਹ ਗੁਣ ਤੇਰੇ ਅੰਦਰ ਪੈਦਾ ਹੀ ਨਹੀਂ ਹੋਇਆ, ਇਹਨੂੰ ਪਾਲਣਾ ਪੈਣਾ ਹੈ ਭਾਈ। ਪਾਲ ਕੇ ਇਹਨੂੰ ਪ੍ਰੈਕਟਿਸ ਕਰਕੇ ਜਿਹੜਾ ਹੈਗਾ, ਕਿਵੇਂ ਚੀਜ਼ ਨੂੰ ਪਾਲਦੇ, ਛੋਟੇ ਬੱਚੇ ਨੂੰ ਕਿਵੇਂ ਵਧਾਉਣੇ ਆ, ਇਹ ਗੁਣ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਪੈਣਾ ਆਪਾਂ ਨੂੰ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਤੂੰ ਦੱਸ ਪਾਏ ਪਿਆਰਿਆ, ਸਾਧ ਸੰਗਤ ਦੇ ਵਿੱਚ ਆ ਕੇ ਤੇਰੇ ਅੰਦਰ ਜਿਹੜਾ ਹੈਗਾ, ਇਹ ਪੁਨੀਤ ਹੋਣ ਦੀ ਜਿਹੜੇ ਹੈਗੇ, ਚੰਗੇ ਗੁਣ ਜਿਹੜੇ ਹੈਗੇ, ਉਹ ਤਾਂ ਤੂੰ ਲਏ ਨਹੀਂ ਜੀਵਨ ਦੇ ਵਿੱਚ। ਚੰਗੇ ਗੁਣਾਂ ਦਾ ਧਾਰਨੀ ਹੋਇਆ ਹੀ ਨਹੀਂ ਤੇਰਾ ਅੰਦਰ, ਤੇਰਾ ਜੀਵਨ ਤੇਰੇ ਅੰਦਰ ਚੇਂਜ ਤਾਂ ਆਇਆ ਹੀ ਨਹੀਂ ਆ।
ਤੇਰੇ ਅੰਦਰ ਪੁੰਨ ਪੈਦਾ ਕਰਨ ਦੇ, ਚੰਗੇ ਚੰਗੇ ਕਰਮ ਕਰਨ ਦੀ ਤੇਰੇ ਅੰਦਰ ਜਿਹੜੀ ਹੈਗੀ ਆਹ ਚੀਜ਼ ਤਾਂ ਤੇਰੇ ਅੰਦਰ ਆਈ ਨਹੀਂ। ਪ੍ਰੈਕਟੀਕਲੀ ਤੇਰਾ ਜੀਵਨ ਜ਼ੀਰੋ ਦਾ ਜ਼ੀਰੋ ਹੀ ਹੈ ਵਾਪਸ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਕਹਿੰਦੇ ਮਨ ਤੋਂ ਹਿੰਸਾ ਨਹੀਂ ਗਈ, ਜੀਵਾਂ ਤੇ ਦਇਆ ਨਹੀਂ ਕੀਤੀ ਤੂੰ, ਜਿਹੜਾ ਹੈਗਾ ਆਹ ਚੀਜ਼ ਤੂੰ ਆਹ ਗੁਣ ਨੂੰ ਡਿਵੈਲਪ ਹੀ ਨਹੀਂ ਕੀਤਾ, ਇਹ ਪਾਲਿਆ ਹੀ ਨਹੀਂ ਇਸ ਚੀਜ਼ ਨੂੰ ਆਪਣੇ ਅੰਦਰ, ਜਿਹੜਾ ਹੈਗਾ ਇਸ ਚੀਜ਼ ਨੂੰ, ਇਹ ਗੁਣ ਨੂੰ ਜਿਹੜਾ ਹੈਗਾ। ਕਹਿੰਦੇ ਫਿਰ ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਤੂੰ ਸਾਧ ਸੰਗਤ ਕਾਹਦੀ ਕੀਤੀ ਹੈ ਭਾਈ? ਸਾਧ ਸੰਗਤ ਦੇ ਵਿੱਚ ਜਾ ਕੇ ਤੇਰੇ ਅੰਦਰ ਜਿਹੜਾ ਹੈਗਾ ਗੁਣ ਲੈ ਕੇ ਜਿਹੜਾ ਹੈਗਾ ਤੂੰ ਆਪਣੇ ਅਵਗੁਣ ਛੱਡਣ ਵਾਲੀ ਜਿਹੜੀ ਹੈਗੀ ਆਹ ਚੀਜ਼ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਭਗਤੀ ਕਰਨ ਦੀ ਤੇਰੀ ਜਿਹੜੀ ਹੈਗੀ, ਭਗਤੀ ਦੇ ਨਾਲ ਤੇਰੇ ਅਵਗੁਣ ਜਾਣੇ ਸੀ, ਗੁਣ ਪੈਦਾ ਹੋਣੇ ਸੀਗੇ, ਉਹ ਚੀਜ਼ ਤੇਰੇ ਆ। ਪੁੰਨ ਕਰਨੀ ਸੀ ਤੂੰ ਦੁਨੀਆ ਦੇ ਉੱਤੇ, ਲੋਕਾਂ ਦੇ ਉੱਤੇ ਜਿਹੜਾ ਹੈਗਾ ਲੋਕਾਂ ਦਾ ਭਲਾ ਕਰਨਾ ਸੀਗਾ, ਉਹ ਤਾਂ ਕੁਝ ਵੀ ਨਹੀਂ ਹੋਇਆ ਤੇਰੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਜਿਹੜੀ ਜੀਵ ਜਨਤਾ ਹੈ, ਚਾਹੇ ਕੋਈ, ਆਪਾਂ ਮਨੁੱਖ ਦੀ ਗੱਲ ਕਰਦੇ ਹਾਂ ਪਹਿਲਾਂ, ਕਿਉਂਕਿ ਮਨੁੱਖ ਦੀ ਚੇਤਨਾ ਬਹੁਤ ਹੁੰਦੀ, ਤੇ ਜੇ ਮੇਰੇ ਜੀਵਨ ਦੇ ਨਾਲ ਦੂਸਰੇ ਮਨੁੱਖਾਂ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਫਿਰ ਤੇ ਵਧੀਆ ਚੀਜ਼ ਤੇ ਨਹੀਂ। ਹੁਣ ਤੁਹਾਡੇ ਘਰ 'ਚ ਕੋਈ ਬੰਦਾ ਹੋਵੇ ਜਾਂ ਔਰਤ ਹੋਵੇ, ਉਹਦਾ ਜੀਵਨ ਹਰਾਮ ਕੀਤਾ ਹੋਵੇ, ਤੁਸੀਂ ਉਹਦਾ ਜੀਣਾ ਔਖਾ ਕੀਤਾ ਹੋਵੇ, ਕੀ ਆਪ ਸੋਚਦੇ ਜੋ ਤੁਹਾਡੇ ਘਰ 'ਚ ਕੋਈ ਚੰਗੀ ਵਾਈਬ੍ਰੇਸ਼ਨ ਆਊਗੀ? ਨਹੀਂ ਆ ਸਕਦੀ, ਕਿਉਂਕਿ ਤੁਹਾਡੇ ਘਰ 'ਚ ਇੱਕ ਨੈਗੇਟਿਵਿਟੀ ਦਾ ਸੋਰਸ ਹੈ ਔਰ ਤੁਸੀਂ ਬਾਰ-ਬਾਰ ਉੱਥੋਂ એનર્ਜੀ ਰਿਸੀਵ ਕਰ ਰਹੇ ਜੋ। ਇੱਥੋਂ ਤੱਕ ਵਿਗਿਆਨਿਕ ਇਹ ਮੰਨਦੇ ਆ ਕਿ ਤੁਹਾਡੀ ਜੈਕਟ ਦਾ ਇੱਕ ਬਟਨ ਸਹੀ ਨਹੀਂ ਆ ਤੇ ਜੇ ਮੰਨ ਲਓ ਟੁੱਟਿਆ ਜਾਂ ਜਿੱਪ ਖਰਾਬ ਹੈ, ਜਾਂ ਤੁਹਾਡੇ ਬਾਥਰੂਮ ਦੀ ਕੁੰਡੀ ਬਰਾਬਰ ਨਹੀਂ ਕੰਮ ਕਰਦੀ ਜਾਂ ਟੂਟੀ ਬਰਾਬਰ ਨਹੀਂ ਕੰਮ ਕਰਦੀ, ਕੋਈ ਵੀ ਛੋਟੀ ਮੋਟਾ ਪੱਖੇ ਦਾ ਕੋਈ ਪਰ ਵਿੰਗਾ ਹੈ ਜਾਂ ਕੁਛ ਤੁਹਾਡੀ ਜੀਵਨ ਦੇ ਨਾਲ ਕੋਈ ਚੀਜ਼ ਏਦਾਂ ਦੀ ਜੁੜੀ ਹੈ, ਉਹ ਟੁੱਟੀ ਭੱਜੀ ਆ, ਉਹਦਾ ਇੰਪੈਕਟ ਤੁਹਾਡੇ ਜੀਵਨ ਤੇ ਪੈਂਦਾ। ਕਿੱਡੀ ਵੱਡੀ ਗੱਲ, ਮਾਮੂਲੀ ਜਿਹੀ ਗੱਲ ਹੈ, ਉਸ ਚੀਜ਼ ਦਾ ਤੁਹਾਡੇ ਜੀਵਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਤੇ ਆਪ ਜਸਟ ਸੋਚੋ ਕਿ ਜੇ ਤੁਹਾਡੇ ਲਾਗੇ ਬੰਨੇ ਜੇ ਕੋਈ ਜੀਵ ਰਹਿੰਦਾ ਹੈ, ਤੁਹਾਡੇ ਪੇਰੈਂਟਸ ਨੇ, ਤੁਹਾਡੇ ਮਾਂ-ਬਾਪ, ਤੁਹਾਡੀ ਵਾਈਫ, ਤੁਹਾਡਾ ਹਸਬੈਂਡ ਜਾਂ ਤੁਹਾਡੇ ਬੱਚੇ ਜਾਂ ਜਿੱਥੇ ਤੁਸੀਂ ਕੰਮ ਕਰਦੇ, ਇੰਨੇ ਨੈਟਵਰਕ ਨੂੰ ਆਪਾਂ ਫੜੀਏ, ਬਹੁਤਾ ਦੂਰ ਜਾਣ ਦੀ ਲੋੜ ਨਹੀਂ। ਜੇਕਰ ਇਹੋ ਹੀ ਸਾਡੇ ਜੀਵਨ ਤੋਂ ਸੁੱਖ ਨਹੀਂ ਪ੍ਰਾਪਤ ਕਰ ਸਕਦੇ ਤੇ ਦੂਜਾ ਕਿੰਨੇ ਆ ਕਰਦਾ? ਪਰਮਾਤਮਾ ਕਿੱਥੇ ਵੀ ਨਹੀਂ ਜਾਏਗਾ। ਮਨ ਚੋਂ ਵਰਕਾ ਹੀ ਪਾੜ ਦਿਓ। ਪਰਮਾਤਮਾ ਇਹ ਸਭ ਸੰਸਾਰ ਦੇ ਰੂਪ ਦੇ ਵਿੱਚ ਰਿਹਾ ਔਰ ਸਾਨੂੰ ਮੌਕਾ ਮਿਲਦਾ। ਹੁਣ ਅਸੀਂ ਕਿੱਦਾਂ ਇਹਦੇ ਨਾਲ ਡੀਲ ਕਰਦੇ ਹਾਂ, ਉਹ ਸਾਡੇ ਤੇ ਡਿਪੈਂਡ ਕਰਦਾ। ਉਹ ਕਹਿੰਦੇ ਆ ਕਿ ਤੂੰ ਦਇਆ ਨਹੀਂ ਤੇਰੇ ਅੰਦਰ ਆਈ। ਦਇਆ ਕਿੱਥੇ ਆ? ਸਾਡੇ ਵਰਗਾ ਇੰਤਜ਼ਾਰ ਕਰਦੇ, ਅਗਲਾ ਗਲਤੀ ਕਰੇ ਤੇ ਮੁੜ ਕੇ ਉਹਨੂੰ ਨਿਚੋੜੀਏ ਪੂਰੀ ਤਰ੍ਹਾਂ। ਅਸੀਂ ਤੇ ਇੰਤਜ਼ਾਰ ਕਰਦੇ ਹਾਂ। ਦਇਆ ਤੇ ਬੜੀ ਦੂਰ ਦੀ ਗੱਲ। ਕਿਸੇ ਵਿਚਾਰ ਦਾ ਮਾੜਾ ਜਿਹਾ ਉਗਣ ਪਤਾ ਲੱਗ ਜਾਂਦਾ ਸਾਨੂੰ, ਅਸੀਂ ਸਾਰੇ ਪਿੰਡ ਨੂੰ ਦੱਸਦੇ। ਜਦ ਤੱਕ ਸਾਡਾ ਪੂਰੀ ਜਾਨ ਨਹੀਂ ਲੱਗਦੀ, ਭੁੱਲੀ ਜਾਂਦੇ ਤੇ ਦਇਆ ਕਿੱਥੇ ਆ? ਦਇਆ ਦਾ ਮਤਲਬ ਤੇ ਇਹੋ ਹੀ ਆ ਕਿ ਉਹਨੂੰ ਮਾਫ਼ ਕਰੋ, ਉਹਨੂੰ ਕੱਜੋ ਵਿਚਾਰੇ ਨੂੰ। ਪਰ ਕੱਜਣਾ ਕਿਤੇ ਆਈ ਤੇ ਉਹਦੇ ਪੁਤੜੇ ਫੁੱਲਣ ਤੱਕ ਚੱਲ ਜਾਂਦੇ। ਇਨਸਾਨ ਦਾ ਸੁਭਾਅ ਹੈ, ਚੰਗੀ ਚੀਜ਼ ਨਹੀਂ ਹੈ। ਇਹ ਵੀ ਨਿੰਦਿਆ ਕੀ ਹੁੰਦਾ। ਠੀਕ ਹੈ ਨਾ ਜੀ ਸਾਹਿਬ, ਅਗਲੀ ਤੁਕ ਬੋਲੋ। ਹਾਂ, ਹਿੰਸਾ ਤੋਂ ਮਨ ਤੇ ਨਹੀਂ ਛੁਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਤੇਰੇ ਅੰਦਰ ਜਿਹੜਾ ਹੈਗਾ ਇਹ ਸਾਧ ਸੰਗਤ ਦੇ ਨਾਲ ਮਿਲ ਕੇ ਤੇਰੇ ਅੰਦਰ ਜਿਹੜਾ ਹੈਗਾ ਪਵਿੱਤਰ ਹੋਣ ਵਾਲੀ ਕਥਾ ਤਾਂ ਤੇਰੇ ਅੰਦਰ ਚਾਲੂ ਹੀ ਨਹੀਂ ਹੋਈ। ਤੇਰੇ ਅੰਦਰ ਜਿਹੜਾ ਹੈਗਾ ਤੂੰ ਆਪਣੇ ਆਪ ਨੂੰ ਉਚਾਈ ਵੱਲ ਲਿਜਾਣ ਵਾਲਾ ਜਿਹੜਾ ਹੈਗਾ ਤੇਰਾ ਕੰਮ ਸ਼ੁਰੂ ਹੀ ਨਹੀਂ ਹੋਇਆ। ਜਿੰਨਾ ਤੂੰ ਪੁਨੀਤ ਹੋਣਾ ਸੀਗਾ ਉਹ ਤਾਂ ਤੇਰੇ ਅੰਦਰ ਜਿਹੜਾ ਹੈਗਾ ਇਹ
ਇਹ ਸਾਬਣ ਜਿਹੜਾ ਹੈਗਾ ਲਾਉਣ ਵਾਲਾ ਜਿਹੜਾ ਹੈਗਾ, ਇਹਦੇ ਨਾਲ ਤੇਰੀ ਮੈਲ ਜਾਣ ਵਾਲਾ ਕੰਮ ਤਾਂ ਸ਼ੁਰੂ ਹੀ ਨਹੀਂ ਹੋਇਆ ਹਾਲੇ ਤੇਰੇ ਅੰਦਰੋਂ। ਹਾਂਜੀ ਵੀਰ ਜੀ। ਅੱਛਾ ਨਿਜਰ ਸਾਹਿਬ, ਇਹ ਆਖਰੀ ਤੋਕੇ ਨਾ? ਹਾਂਜੀ ਹਾਂਜੀ ਬਿਲਕੁਲ ਠੀਕ। ਆਖਰ ਤੇ ਵੇਖ ਲਓ, ਸਾਧ ਸੰਗਤ ਜੀ ਕਹਿੰਦੇ ਪਰਮਾਨੰਦ ਸਾਧ ਸੰਗ ਮਿਲ ਕਥਾ ਪੁਨੀਤ ਨ ਚਾਹੀ। ਆਪ ਜੀ ਨਾਲ ਪਹਿਲਾਂ ਵੀ ਗੱਲ ਕੀਤੀ, ਸ਼ੁੱਧੀ ਤੇ ਅਸ਼ੁੱਧੀ। ਤੂੰ ਸੰਗਤ ਵੀ ਕੀਤੀ ਹੈ ਪਰ ਤੇਰੇ ਜੀਵਨ ਚ ਸ਼ੁੱਧੀ ਨਹੀਂ ਆਈ, ਪਵਿੱਤਰਤਾ ਨਹੀਂ ਆਈ, ਤੇ ਫਿਰ ਸੰਗਤ। ਹੁਣ ਫਿਰ ਜੇ ਆਪਾਂ ਦੇਖੀਏ ਜੀ ਸਾਹਿਬ, ਇਹਦਾ ਮਤਲਬ ਤੇ ਇਹੋ ਹੀ ਹੈ ਨਾ ਕਿ ਫਿਰ ਬੋਲੋ, ਇਹ ਤੁਕ ਦੀ ਥੋੜੀ ਵਿਆਖਿਆ ਕਰ ਦੋ। ਸਾਧ ਸੰਗਤ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਸਾਧ ਸੰਗਤ ਕਰਕੇ ਤੈਨੂੰ ਜਿਹੜਾ ਹੈਗਾ ਤੇਰੇ ਅੰਦਰ ਕੋਈ ਚੇਂਜ ਤਾਂ ਆਇਆ ਹੀ ਨਹੀਂ। ਤੇਰੇ ਅੰਦਰ ਜਿਹੜਾ ਹੈਗਾ ਉਚਾਈ ਵੱਲ ਜਾਣ ਵਾਲਾ ਗੁਣ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਇਆ। ਸਾਧ ਸੰਗਤ ਦੇ ਨਾਲ ਜਿਹੜਾ ਪੁੰਨ ਕਰਨਾ ਸੀ, ਤੇਰੇ ਅੰਦਰ ਪੁੰਨ ਪੈਦਾ ਹੋਣੇ ਸੀਗੇ, ਉਹ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਏ। ਨਾ ਤਾਂ ਤੇਰੇ ਅੰਦਰ ਹਿੰਸਾ ਗਈ ਹੈ ਤੇਰਿਓਂ, ਨਾ ਤੇਰੇ ਜੀਵਾਂ ਦੇ ਉੱਤੇ ਦਇਆ ਕਰਨ ਵਾਲਾ ਤੇਰੇ ਅੰਦਰ ਗੁਣ ਪੈਦਾ ਹੋਇਆ। ਕੁਛ ਵੀ ਤਾਂ ਤੇਰੇ ਅੰਦਰ ਚੇਂਜ ਆ ਨਹੀਂ ਰਹੇ। ਜੇ ਜਿਹਾ ਸੀਗਾ ਉਹ ਜਿਹਾ ਹੀ ਹੈਗਾ ਆ। ਹਾਂਜੀ ਵੀਰ। ਹਾਂਜੀ, ਅਨਕਲ ਧੀ ਰਿਹਾ, ਤੂੰ ਆਪਣੇ ਨੂੰ ਘੜਿਆ ਨਹੀਂ। ਹਾਂ। ਤੇ ਹੁਣ ਦੇਖੋ ਸਾਧ ਸੰਗਤ ਦੀ ਇੱਕ ਗੱਲ ਹਮੇਸ਼ਾ ਹੀ ਵਿਚਾਰ ਕਰਨੀ, ਜਿਹੜੇ ਰੁੱਖ ਦੀ ਛਾਂ ਨਹੀਂ, ਉਹ ਰੁੱਖ ਦਾ ਫਾਇਦਾ ਕੀ ਦੱਸੋ? ਕੀ ਕਰੋਗੇ ਉਹਨੂੰ ਰੁੱਖ ਨੂੰ? ਜਿਸ ਰੁੱਖ ਦੀ ਛਾਂ ਦਾ ਕਿਸੇ ਨੂੰ ਫਾਇਦਾ ਹੀ ਨਾ ਹੋਇਆ। ਇਸ ਸੰਸਾਰ ਦੇ ਉੱਪਰ ਅਸੀਂ ਕਿੰਨਾ ਕਮਾਇਆ ਇਹ ਉਹਨਾਂ ਇੰਪੋਰਟੈਂਟ ਨਹੀਂ ਆ। ਅਸੀਂ ਇਸ ਸੰਸਾਰ ਨੂੰ ਕੀ ਦੇ ਕੇ ਜਾ ਰਹੇ ਹਾਂ, ਇਹ ਬੜਾ ਹੀ ਇੰਪੋਰਟੈਂਟ। ਇਹਦੇ ਉੱਤੇ ਸਾਡੇ ਜੀਵਨ ਦਾ ਬਹੁਤ ਵੱਡਾ ਰਿਜ਼ਲਟ ਡਿਪੈਂਡ ਕਰਦਾ ਹੈ। ਜਿੰਨਾ ਤੁਸੀਂ ਖਾਓਗੇ ਉਹਨਾਂ ਤੁਸੀਂ ਕਮਜ਼ੋਰ ਹੋ ਜਾਓਗੇ, ਜਿੰਨਾ ਤੁਸੀਂ ਵੰਡੋਗੇ। ਵੰਡਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰ-ਬਾਰ ਵੇਚ ਕੇ ਵੰਡ ਦੇਣਾ। ਕਹਿਣ ਤੋਂ ਭਾਵ ਜਿੱਥੇ ਲੱਗਦਾ ਹੈ ਤੁਸੀਂ ਠੱਗੀ ਮਾਰ ਸਕਦੇ ਸੀ, ਤੁਸੀਂ ਨਹੀਂ ਮਾਰੀ, ਉਹਨੂੰ ਛੱਡਤਾ, ਇਹੀ ਵੰਡਣਾ ਤੇ ਤੁਸੀਂ ਓਨਾ ਹੀ ਸੌਖੀ ਹੋ ਜਾਓ। ਸੰਗਤ ਦਾ ਮਤਲਬ ਇਹੋ ਹੀ ਹੈ ਕਿ ਸਾਡੇ ਜੀਵਨ ਚ ਉਚਾਈ ਹੋਣੀ ਬੜੀ ਜ਼ਰੂਰੀ। ਤੇ ਜੇ ਨਹੀਂ ਆ ਰਹੀ ਹੈ ਤੇ ਫਿਰ ਸਮਝ ਲਓ ਕਿ ਫਾਇਦਾ ਕੁਛ ਨਹੀਂ ਹੈ। ਤੇ ਇਹੋ ਗੱਲਬਾਤ ਹੈ। ਠੀਕ ਹੈ ਨਿਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਇੱਕ ਗੱਲ ਰਹਿ ਗਈ ਜੀ ਹਲੇ, ਕੀ ਰਹਿ ਮਨ ਹਰ ਬੇਵਕੂਫ ਕੋ ਸੰਗ। ਨਹੀਂ, ਉਹ ਅਗਲੇ ਚ ਆ ਜਾਂਦਾ ਹੈ। ਨਹੀਂ ਨਿਜਰ ਸਾਹਿਬ ਕਰ ਦੋ, ਦੋ ਹੀ ਲਾਈਨਾਂ ਨੇ। ਹਾਂ, ਦੋ ਲਾਈਨਾਂ ਨੇ। ਹਾਂ ਮੈਂ ਦੇਖਿਆ ਅਗਲਾ ਤੁਕ ਨਹੀਂ, ਮੇਰੀ ਗੱਲ ਸੁਣੋ ਜੀ। ਉਹ ਜਿਹੜਾ ਹੈਗਾ ਸੂਰਦਾਸ ਜੀ ਦਾ ਸ਼ਬਦ ਹੈਗਾ, ਉਹਨਾਂ ਦਾ ਸ਼ਬਦ ਕੱਲ ਲਵਾਂਗੇ ਆਪਾਂ। ਪੂਰਾ ਸ਼ਬਦ ਹੈਗਾ ਸੂਰਦਾਸ ਜੀ ਦਾ, ਉਹਦੇ ਵਿੱਚੋਂ ਇੰਨੀ ਲਾਈਨ ਲਈ ਹੈ ਮਹਾਰਾਜ ਨੇ। ਅਗਲਾ ਸ਼ਬਦ ਮਹਾਰਾਜ ਨੇ ਸੂਰਦਾਸ ਜੀ ਨੂੰ ਸੰਬੋਧਨ ਕਰਕੇ ਲਿਖਿਆ ਹੋਇਆ, ਉਹਦੇ ਨਾਲ ਰਿਲੇਟਡ ਹੈਗਾ, ਉਹ ਲੈ ਲਾਂਗੇ ਕੱਲ ਨੂੰ ਆਪਾਂ। ਹਾਂਜੀ ਹਾਂਜੀ, ਕੱਲ ਲੈ ਲਾਂਗੇ ਜੀ। ਮਾਫ ਕਰਨਾ ਰਾਮ ਪ੍ਰਕਾਸ਼ ਜੀ, ਕੱਲ ਤੱਕ ਵੇਟ ਕਰੋ। ਓਕੇ। ਉਪਰ ਸਹੀ ਲੱਗਦੀ ਇਸੇ ਸ਼ਬਦ ਦੀ ਆ, ਪਰ ਨਹੀਂ ਉਹ ਦੂਜੇ ਨਾਲ ਰਿਲੇਟਡ ਕਰਦੀ ਹੈ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ, ਮਿਹਰ ਕਰੋ ਮਿਹਰ ਕਰੋ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਦੇਣ, ਰੋਗਤਾ ਤੰਦਰੁਸਤੀ ਬਖਸ਼ਣੀ। ਮੇਰੇ ਮਾਲਿਕ, ਇਹ ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਆਪ ਜਾਨੀ ਜਾਣ ਜੋ ਉਹਨਾਂ ਦੇ ਪਰਿਵਾਰ ਤੇ ਮੇਰ ਭਰੇ ਹੱਥ ਰੱਖੋ, ਤੰਦਰੁਸਤੀ ਬਖਸ਼ੋ। ਮੇਰੇ ਮਾਲਿਕ ਮਤ ਬਖਸ਼ੋ, ਨਾਮਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਂ ਸੰਗਤ ਜੀ ਹੁਣ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ